subscribe to our YouTube channel and press the bell icon for the latest updates. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਟਾਂਗਾ। ਵੈਲਕਮ ਟੂ ਦ ਮਨਦੀਪ ਕੌਰ ਟਾਂਗਾ ਸ਼ੋ। ਅੱਜ ਸਾਡਾ 127th ਐਪੀਸੋਡ ਆ। ਸਾਡੇ ਨਾਲ ਮੌਜੂਦ ਨੇ ਸੈਸ਼ਨਦੀਪ ਕੌਰ। ਅੱਜ ਅਸੀਂ ਪੰਜਾਬ ਦੀ ਯੰਗੈਸਟ ਸਰਪੰਚ ਨਾਲ ਅਸੀਂ ਗੱਲ ਕਰਾਂਗੇ। ਬਹੁਤ ਹੀ ਮੈਨੂੰ ਖੁਸ਼ੀ ਹੋਈ। ਥੋੜੀ ਦੇਰ ਪਹਿਲਾਂ ਹੀ ਮੈਂ ਪੂਰੇ ਪਰਿਵਾਰ ਨਾਲ ਗੱਲ ਕਰ ਰਹੀ ਸੀ, ਜਿਸ ਮੈਨੂੰ ਪਤਾ ਲੱਗਾ ਕਿ ਇਹ ਆਜ਼ਾਦ ਇਹਨਾਂ ਨੇ ਇਲੈਕਸ਼ਨ ਲੜੀ ਹੈ ਤੇ ਇਲੈਕਸ਼ਨ ਜਿਹੜੀ ਹੈ ਉਹ ਇਹਨਾਂ ਨੇ ਜਿੱਤੀ ਵੀ ਹੈ। ਮਿਲਣ ਤੋਂ ਪਹਿਲਾਂ 2-3 ਦਿਨ ਮੈਂ ਇਹੀ ਸੋਚਦੀ ਰਹੀ ਕਿ ਪਤਾ ਨਹੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਹੋਣਗੇ, ਪਰ ਮੈਨੂੰ ਬਹੁਤ ਖੁਸ਼ੀ ਹੋਈ ਕਿ ਆਜ਼ਾਦ ਜਿੱਤ ਕੇ ਆਪਣੇ ਪਿੰਡ ਵਿੱਚ ਬਹੁਤ ਹੀ ਖੂਬਸੂਰਤ ਕੰਮ ਕਰ ਰਹੇ ਨੇ। ਸੋ ਸਭ ਤੋਂ ਪਹਿਲਾਂ ਸੈਸ਼ਨ ਦੀ ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ ਮੈਮ ਐਂਡ ਥੈਂਕ ਯੂ ਮੈਨੂੰ ਇਸ ਸ਼ੋਅ ਤੇ ਬੁਲਾਉਣ ਲਈ। ਮੈਂ ਵੀ ਬਹੁਤ ਐਕਸਾਈਟਡ ਹਾਂ ਅੱਜ ਤੁਹਾਡੇ ਨਾਲ ਗੱਲਬਾਤ ਕਰਨ ਲਈ। ਬਹੁਤ ਹੀ ਵਧੀਆ। ਸੋ ਸੈਸ਼ਨ ਮੈਂ ਤੁਹਾਨੂੰ ਦੱਸਣਾ ਚਾਹਨੀ ਕਿ ਇਟਸ ਆਲਮੋਸਟ 1 ਮਿਲੀਅਨ ਪੀਪਲ ਫੋਲੋਇੰਗ ਅਸ ਔਨ ਸੋਸ਼ਲ ਮੀਡੀਆ। ਸਾਡੇ ਵੱਖ-ਵੱਖ ਪਿੰਡਾਂ ਦੇ ਵਿੱਚ, ਵੱਖ-ਵੱਖ ਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਪੰਜਾਬੀ ਉਹ ਸਾਨੂੰ ਇਸ ਸ਼ੋਅ ਤੇ ਜਿਹੜੇ ਉਹ ਸੁਣਦੇ ਨੇ। ਅੱਜ ਜਾਣਾਂਗੇ ਇਹਨਾਂ ਦੀ ਖੂਬਸੂਰਤ ਜਰਨੀ ਬਾਰੇ ਤੇ ਕਰੰਟਲੀ ਕੀ ਕਰ ਰਹੇ ਨੇ ਤੇ ਫਿਊਚਰ ਦੇ ਕੀ ਪਲਾਨਸ ਨੇ। ਹਮੇਸ਼ਾ ਹੀ ਮੈਂ ਗੱਲ ਕਰਦੀ ਹਾਂ ਕਿ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਹੋ ਸਕਦਾ ਹੈ ਤੇ ਹੁਣੇ ਅਸੀਂ ਮਿਸ਼ਨ ਸ਼ੁਰੂ ਕੀਤਾ ਹੈ ਕਿ ਮਿਸ਼ਨ PR ਪੰਜਾਬ। ਸੋ ਇਹ ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀਆਂ ਦੀ ਜਿਹੜੀ ਆ ਉਹ ਅੱਜ ਅਸੀਂ ਇੱਕ ਹੋਰ ਸਟੋਰੀ ਜਿਹੜੀ ਆ ਸ਼ੇਅਰ ਕਰਾਂਗੇ। ਸਭ ਤੋਂ ਪਹਿਲਾਂ ਮੈਂ ਜਾਣਾਂਗੀ ਤੁਹਾਡੀ ਐਜੂਕੇਸ਼ਨ ਬਾਰੇ ਕਿ ਜੇ ਅਸੀਂ ਐਜੂਕੇਸ਼ਨ ਦੀ ਗੱਲ ਕਰੀਏ, ਕਿਉਂਕਿ ਐਜੂਕੇਸ਼ਨ ਤੇ ਸਰਪੰਚ ਇੱਕ ਡੈਡਲੀ ਕੰਬੀਨੇਸ਼ਨ ਹੈ। ਸੋ ਵੀ ਵੁੱਡ ਲਾਈਕ ਟੂ ਨੋ ਕਿ ਹੁਣ ਤੱਕ ਤੁਸੀਂ ਐਜੂਕੇਸ਼ਨ 'ਚ ਕਿੱਥੇ ਪਹੁੰਚੇ ਤੇ ਅੱਗੋਂ ਕੀ ਕਰਨ ਵਾਲੇ। ਜੀ ਮੈਂ ਆਪਣੀ 6th ਕਲਾਸ ਤੱਕ ਪੜ੍ਹਾਈ ਕੀਤੀ ਜੋ ਚੱਕ ਫਤਿਹ ਸਿੰਘ ਵਾਲਾ ਪਿੰਡ ਹੈ, ਉੱਥੇ ਮਹਿੰਦਰਾ ਪਬਲਿਕ ਸਕੂਲ ਹੈ, ਉੱਥੋਂ ਕੀਤੀ। ਫਿਰ ਉਸ ਤੋਂ ਬਾਅਦ ਅਸੀਂ ਬਠਿੰਡਾ ਸ਼ਿਫਟ ਹੋਏ ਤਾਂ ਮੇਰੀ 12th ਤੱਕ ਦੀ ਜਿਹੜੀ ਪੜ੍ਹਾਈ ਹੈ ਉਹ RBGAV ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿੱਚ ਹੋਈ। ਫਿਰ ਦਿਓਨ ਸਾਡੇ ਨਾਲ ਹੀ ਪੈ ਜਾਂਦਾ, ਉੱਥੇ ਬਾਬਾ ਫਰੀਦ ਕਾਲਜ ਹੈ ਜਿੱਥੇ ਮੈਂ BSc ਐਗਰੀਕਲਚਰ ਕੀਤੀ ਸੀ। ਐਂਡ ਉਸ ਤੋਂ ਬਾਅਦ ਮੈਂ UPSC ਦੀ ਤਿਆਰੀ ਕਰਨ ਲਈ ਦਿੱਲੀ ਗਈ ਸੀਗੀ। ਫਿਰ ਜਦੋਂ ਵਾਪਸ ਆਈ ਤਾਂ ਇਲੈਕਸ਼ਨਸ ਦਾ ਮਾਹੌਲ ਸੀਗਾ ਪਿੰਡ ਤੇ ਫਿਰ ਇੱਧਰ ਨੂੰ ਮੇਰਾ ਰਾਹ ਬਣ ਗਿਆ। ਐਂਡ ਹੁਣ ਮੈਂ ਸੋਚਿਆ ਕਿ ਪੜ੍ਹਾਈ ਹੈ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜੋ ਮੇਰਾ ਗੈਪ ਪੈ ਗਿਆ ਉਸ ਤੇ ਮੈਨੂੰ ਕਦੇ-ਕਦੇ ਗਿਲਟ ਵੀ ਹੁੰਦਾ। ਦੈਨ ਮੈਂ ਹੁਣ ਆਪਣੀ ਮਾਸਟਰਸ ਜਿਹੜੀ ਹੈਗੀ ਸਟਾਰਟ ਕੀਤੀ ਹੈ ਡਿਸਟੈਂਸ ਐਜੂਕੇਸ਼ਨ ਦੇ ਥਰੂ, ਲਰਨਿੰਗ ਦੇ ਥਰੂ, ਔਰ ਪੋਲੀਟੀਕਲ ਸਾਇੰਸ ਦੇ ਵਿੱਚ ਸਟਾਰਟ ਕੀਤੀ। ਪੜ੍ਹ ਲਿਖ ਕੇ ਜਿਹੜਾ ਉਹ ਸਿੰਗਰ ਬਣਦਾ ਤੇ ਉਹੀ ਕਿ ਪੜ੍ਹ ਲਿਖ ਕੇ ਅਸੀਂ ਫੀਲਡ ਵਿੱਚ ਕਦਮ ਕਰਨਾ। ਮੈਂ ਤੁਹਾਨੂੰ ਹਮੇਸ਼ਾ ਗੱਲ ਕਰਦੀ ਕਿ ਪੰਜਾਬ ਜਿਹੜਾ ਹੈ ਉਹ ਬਦਲ ਰਿਹਾ ਹੈ। ਠੀਕ ਹੈ, ਇੰਨੀ ਛੋਟੀ ਏਜ ਦੇ ਵਿੱਚ ਆਪਣੀ ਹਾਣ ਦੇ ਬੱਚਿਆਂ ਤੋਂ ਵੱਖ ਰਸਤਾ ਚੁਣਨਾ ਕਿਸ ਤਰ੍ਹਾਂ ਦੀ ਤੁਹਾਨੂੰ ਫੀਲਿੰਗ ਦੇ ਰਿਹਾ? ਜਦੋਂ ਮੈਨੂੰ ਮਤਲਬ ਇਸ ਰਸਤੇ ਤੇ ਤੋਰਿਆ ਗਿਆ ਇੱਕ ਤਰ੍ਹਾਂ, ਕਿਉਂਕਿ ਤੁਸੀਂ ਜਿਵੇਂ ਕਿਹਾ ਨਾ ਕਿ ਤੁਸੀਂ ਪਹਿਲਾਂ ਆਪਾਂ ਜਦੋਂ ਗੱਲ ਕਰ ਰਹੇ ਸੀਗੇ ਕਿ ਤੁਸੀਂ ਆਪਣੇ ਆਪ ਕੁਝ ਕਰਨਾ, ਪਰ ਇਹ ਡਿਸੀਜਨ ਸੀ ਚਲੋ ਪਰਿਵਾਰ ਨੇ ਲੈਤਾ ਸੀ, ਲੇਕਿਨ ਉਦੋਂ ਬਾਅਦ ਜੋ ਮੈਨੂੰ ਫੀਲਿੰਗ ਆਈ ਨਾ, ਮੈਨੂੰ ਇਹ ਲੱਗਿਆ ਕਿ ਮੈਨੂੰ ਇੱਕ ਮੈਦਾਨ ਦੇ ਵਿੱਚ ਇਕੱਲੀ ਨੂੰ ਛੱਡਤਾ ਮੇਰੇ ਪਰਿਵਾਰ ਨੇ। ਮੇਰੇ ਪਾਪਾ ਦਾ ਬਿਜ਼ਨਸ ਜੈਪੁਰ ਹੈ, ਉਹ ਉੱਥੇ ਚਲੇ ਜਾਂਦੇ ਸੀਗੇ। ਮੇਰੇ ਭਰਾ ਨੂੰ ਇਸ ਲਾਈਨ ਦੇ ਵਿੱਚ ਕੋਈ ਜ਼ਿਆਦਾ ਇੰਟਰਸਟ ਨਹੀਂ ਹੈਗਾ, ਤਾਂ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਮੈਂ ਇਕੱਲੀ ਕਿੱਦਾਂ ਕਰਾਂ। ਤਾਂ ਉਦੋਂ ਤਾਂ ਬੜਾ ਇਕੱਲਾਪਨ ਮਹਿਸੂਸ ਹੋਣਾ, ਬੜਾ ਇਹ ਹੋਣਾ ਵੀ ਕਿੱਦਾਂ ਕੀਤਾ ਜਾਊ ਯਾਰ, ਇਹ ਕਿੱਦਾਂ ਪਿੰਡ ਦੇ ਲੋਕਾਂ ਨੂੰ ਸਾਂਭਿਆ ਜਾਊਗਾ, ਵੀ ਸਾਰਿਆਂ ਨੂੰ ਮੈਨੇਜ ਕਿੱਦਾਂ ਕਰਨਾ। ਪਰ ਉਦੋਂ ਚਲੋ ਜਰਨੀ ਸਟਾਰਟ ਹੋਈ, ਸਿੱਖਿਆ, ਸਾਰਿਆਂ ਤੋਂ ਸਿੱਖਿਆ। ਮੇਰੇ ਪੰਚਾਇਤ ਸੈਕਟਰੀ ਪਰਮਜੀਤ ਸਿੰਘ ਭੁੱਲਰ ਜਿਨ੍ਹਾਂ ਨੇ ਮਤਲਬ ਆਪਦੀ ਜ਼ਿੰਦਗੀ ਦੇ ਐਕਸਪੀਰੀਅੰਸਿਸ ਤੋਂ ਸਿੱਖ ਕੇ ਵੀ ਮੈਨੂੰ ਸਿਖਾਇਆ ਕਿ ਆਪਾਂ ਕਿੱਦਾਂ ਸੱਚਾਈ ਦੇ ਰਾਹ ਤੇ ਚੱਲ ਕੇ ਆਪਣੀ ਜਿਹੜੀ ਸਰਪੰਚੀ ਉਹ ਵਧੀਆ ਬਣਾਉਣੀ ਆ। ਉਸ ਤੋਂ ਬਾਅਦ ਹੀ ਉਹਨਾਂ ਦੇ ਥਰੂ ਹੀ ਮੇਰੀ ਮੁਲਾਕਾਤ ਹੋਈ ਡਾਕਟਰ NS ਕੰਗ, ਜਿਨ੍ਹਾਂ ਨੂੰ ਮੈਂ ਸਰਪੰਚੀ ਦੇ ਗੁਰੂ ਮੰਨਦੀ ਹਾਂ। ਉਹ ਸਰਪੰਚ ਰਹੇ ਨੇ, ਤਾਂ ਉਹਨਾਂ ਤੋਂ ਵੀ ਮੈਂ ਸਿੱਖਿਆ। ਐਂਡ ਫਿਰ ਹੌਲੀ-ਹੌਲੀ ਕਰਦੇ ਅੱਜ ਇਸ ਤੱਕ ਪਹੁੰਚੇ ਹਾਂ ਜਿੱਥੇ ਪੂਰੀ ਟੀਮ ਨੇ ਮਿਹਨਤ ਕੀਤੀ ਹੈ। ਤੇ ਜੇ ਮੈਂ ਅੱਜ ਦੀ ਫੀਲਿੰਗ ਕਹਾਂ ਤਾਂ ਅੱਜ ਮੈਨੂੰ ਲੱਗ ਰਿਹਾ ਮੈਂ ਬਹੁਤ ਵਧੀਆ ਫੀਲਿੰਗ ਦੇ ਵਿੱਚ ਹਾਂ। ਜਿਵੇਂ ਕੁਝ ਟਾਈਮ ਪਹਿਲਾਂ ਜਦੋਂ ਸਰਪੰਚ ਬਣੇ ਸੀ ਉਦੋਂ ਕਹਿੰਦੇ ਸੀ ਇੱਧਰ ਤੂੰ ਕੀ ਕਰ ਰਹੀ ਵੀ, ਤੈਨੂੰ ਬਹੁਤ ਗਲਤ ਡਿਸੀਜਨ ਲੈਤਾ, ਕਿਉਂਕਿ ਜਿਹੜਾ ਮਾਈਂਡਸੈਟ ਬਣਿਆ ਹੋਇਆ ਸੀ ਨਾ ਸਰਪੰਚੀ ਦਾ ਕਿ ਸਰਪੰਚੀ ਇਹ ਹੁੰਦੀ ਹੈ, ਥਾਣਿਆਂ ਦੇ ਵਿੱਚ ਚਲੇ ਜਾਓਗੇ ਤੁਸੀਂ, ਠੀਕ ਹੈ, ਉੱਥੇ ਜਾ ਕੇ ਬੈਠਣਾ ਪਊਗਾ, ਰੌਲੇ ਰੱਪੇ ਐਂਡ ਆਲ ਦੈਟ, ਉਹ ਚੀਜ਼ਾਂ ਨਹੀਂ ਹੁੰਦੀਆਂ। ਸਰਪੰਚੀ ਦਾ ਨਾ ਵਿਕਾਸ ਵੀ ਹੁੰਦਾ। ਤੁਸੀਂ ਪਿੰਡ ਦੇ ਵਿੱਚ ਕਿੱਦਾਂ ਦਾ ਵਿਕਾਸ ਕਰਵਾਉਣਾ ਚਾਹੁੰਦੇ ਹੋ, ਪਿੰਡ ਦੇ ਵਿੱਚ ਕੀ ਚੀਜ਼ਾਂ ਲੈ ਕੇ ਆਉਣਾ ਚਾਹੁੰਦੇ ਹੋ, ਤੁਹਾਡਾ ਕੀ ਵਿਜ਼ਨ ਹੈ ਪਿੰਡ ਨੂੰ ਲੈ ਕੇ, ਇਹਦੀ ਸਰਪੰਚੀ ਹੁੰਦੀ ਹੈ। ਤਾਂ ਉਹ ਜਿਹੜੀ ਐਗਜ਼ਾਮਪਲ ਹੈ ਮੈਨੂੰ ਲੱਗਦਾ ਮੈਂ ਸੈੱਟ ਕਰ ਰਹੀ ਹਾਂ, ਮੈਂ ਔਨ ਦ ਵੇ ਉਸ ਚੀਜ਼। ਬਹੁਤ ਅੱਛਾ। ਜੇ ਅਸੀਂ ਸਭ ਤੋਂ ਪਹਿਲਾਂ ਜੋ ਕਿ ਸਰਕਾਰ ਦਾ ਵੀ ਮੁੱਦਾ ਹੁੰਦਾ ਹੈ, ਪੂਰੇ ਦੇਸ਼ ਦਾ ਹੁੰਦਾ ਹੈ, ਹਰ ਇੱਕ ਜਦੋਂ ਆਪਾਂ
ਦੇਸ਼ ਨੂੰ ਪੂਰੇ ਵੱਡੇ ਲੈਵਲ ਤੇ ਦੇਖਦੇ ਤੇ ਹਰ ਕੋਈ ਗੱਲ ਕਰਦਾ ਹੈ ਐਜੂਕੇਸ਼ਨ ਦੀ, ਹੈਲਥ ਦੀ ਗੱਲ ਕਰਦਾ ਹੈ। ਕਹਿੰਦੇ ਨੇ ਕਿ ਛੋਟੇ ਛੋਟੇ ਪਿੰਡਾਂ ਦੇ ਵਿੱਚ, ਮੈਂ ਕਹਿੰਦੀ ਨਹੀਂ ਕਿ ਬਲਬ ਜਗ ਜਾਣ ਤੇ ਪੂਰਾ ਪੰਜਾਬ ਰੁਸ਼ਨਾ ਸਕਦਾ ਹੈ। ਤੁਸੀਂ ਇੱਕ ਛੋਟੇ ਜਿਹੇ ਪਿੰਡ ਵਿੱਚ ਆਪਣੀ ਬਲਬੂਤੇ ਤੇ ਜਿਹੜੀ ਆ ਉਹ ਰੋਸ਼ਨੀ ਕਰ ਰਹੇ ਹੋ। ਤਾਂ ਸਭ ਤੋਂ ਪਹਿਲਾਂ ਇਸ ਰੋਸ਼ਨੀ ਦੇ ਵਿੱਚ ਮੈਂ ਗੱਲ ਕਰਨਾ ਚਾਹਾਂਗੀ ਕਿ ਐਜੂਕੇਸ਼ਨ ਦੀ ਫੀਲਡ ਦੇ ਵਿੱਚ, ਠੀਕ ਹੈ, ਸਕੂਲ ਦੀ ਗੱਲ ਕਰ ਲਈਏ ਜਾਂ ਬੱਚਿਆਂ ਦੀ ਸੋਚ ਦੀ ਗੱਲ ਕਰ ਲਈਏ, ਤੁਸੀਂ ਇੱਕ ਪੜ੍ਹੇ ਲਿਖੇ ਸਰਪੰਚ ਪਿੰਡ ਨੂੰ ਮਿਲੇ ਹੋ, ਸੋ ਐਜੂਕੇਸ਼ਨ ਦੀ ਫੀਲਡ ਦੇ ਵਿੱਚ ਤੁਹਾਡੇ ਤੋਂ ਪਹਿਲਾਂ ਤੇ ਤੁਹਾਡੇ ਤੋਂ ਬਾਅਦ ਕੀ ਫਰਕ ਪਿੰਡ ਦੇ ਵਿੱਚ? ਮੈਮ ਪਹਿਲਾਂ ਤਾਂ ਦੇਖੋ, ਸਾਡੇ ਜਿਹੜਾ ਇੱਕ ਸਕੂਲ ਹੀ ਸੀਗਾ, ਪ੍ਰਾਇਮਰੀ ਸਕੂਲ ਪਿੰਡ ਦੇ ਵਿੱਚ, ਉਹ ਵੀ 2-3 ਕਮਰੇ ਸੀਗੇ। ਐਂਡ ਜਦੋਂ ਮੈਂ ਫਸਟ ਟਾਈਮ ਸਰਪੰਚ ਬਣੀ, ਮੈਂ ਦੇਖਿਆ ਮੀਂਹ ਪਏ, ਬਾਰਿਸ਼ ਹੋਈ, ਪੂਰਾ ਸਕੂਲ ਡੁੱਬ ਗਿਆ ਪਾਣੀ ਦੇ ਵਿੱਚ ਤੇ ਕਲਾਸਿਸ ਦੇ ਵਿੱਚ ਵੀ ਪਾਣੀ ਚਲਾ ਗਿਆ। ਤਾਂ ਬੜਾ ਦੁੱਖ ਹੋਇਆ, ਠੀਕ ਹੈ, ਵੀ ਇਹ ਕਿੱਦਾਂ ਯਾਰ, ਵੀ ਇਹਨੂੰ ਕਿੱਦਾਂ ਮੇਨਟੇਨ ਕੀਤਾ ਜਾਵੇ। ਹੁਣ ਉਹਦੇ ਲਈ ਫੰਡਿੰਗ ਵੀ ਬਹੁਤ ਜ਼ਿਆਦਾ ਚਾਹੀਦੀ ਹੈ। ਹੁਣ ਜਿਹੜੇ ਸਾਨੂੰ ਰੈਗੂਲਰ ਫੰਡਸ ਆਉਂਦੇ ਆ ਫਾਈਨੈਂਸ ਕਮਿਸ਼ਨ ਵੱਲੋਂ, ਉਹ ਬਹੁਤ ਮਿਨੀਮਲ ਨੇ, ਜਿਹਦੇ ਨਾਲ ਤੁਸੀਂ ਸਿਰਫ ਪਿੰਡ ਦਾ ਗੁਜ਼ਾਰਾ ਕਰ ਸਕਦੇ ਹੋ। ਤੇ ਮੈਂ ਕਿਹਾ ਇਹਦੇ ਲਈ ਬਹੁਤ ਜ਼ਿਆਦਾ ਆਪਾਂ ਨੂੰ ਫੰਡਿੰਗ ਚਾਹੀਦੀ ਹੈ। ਤੇ ਉਵੇਂ ਆਪਣੇ ਆਪ ਅੱਗੇ ਬਲਬੂਤੇ ਤੇ ਕੀਤਾ ਤੇ ਫਿਰ ਪਤਾ ਲੱਗਿਆ ਕਿ ਜੇ ਆਪਾਂ ਅਵਾਰਡ ਮਨੀ ਲਿਆਵਾਂਗੇ ਨਾ ਤਾਂ ਆਪਣਾ ਵਧੀਆ ਬਣ ਜਾਊਗਾ। ਫਿਰ ਅਸੀਂ ਅਵਾਰਡਸ ਲਈ ਵੀ ਮਿਹਨਤ ਕੀਤੀ, ਠੀਕ ਹੈ, ਆਪਣੇ ਪਿੰਡ ਨੂੰ ਵਧੀਆ ਬਣਾਇਆ ਉਸ ਟਰਮਸ ਦੇ ਉੱਤੇ। ਐਂਡ ਜਦੋਂ ਸਾਨੂੰ ਅਵਾਰਡ ਮਨੀ ਮਿਲੀ, ਫਿਰ ਅਸੀਂ ਉਹ ਸਕੂਲ ਦੁਬਾਰਾ ਬਣਾਇਆ। ਉਸ ਦੀ ਬਿਲਡਿੰਗ ਹੁਣ ਤੁਸੀਂ ਦੇਖੋਗੇ, ਮਤਲਬ ਹੈਗਾ ਪ੍ਰਾਇਮਰੀ ਸਕੂਲ ਹੈ, ਬਟ ਉਹਦੀ ਬਿਲਡਿੰਗ ਬਹੁਤ ਵਧੀਆ ਸੀ ਤਿਆਰ ਕੀਤੀ ਹੈ। ਐਂਡ ਉਹ ਵਰਕ ਇਨ ਪ੍ਰੋਗਰੈਸ ਹੈਗਾ। ਦੈਨ ਜਿਹੜੀ ਫਸਟ ਚੀਜ਼ ਮੈਂ ਸਟਾਰਟ ਕੀਤੀ ਸੀ ਐਜੂਕੇਸ਼ਨ ਦੇ, ਜਿੰਨੇ ਉਦੋਂ ਮੇਰੇ ਕੋਲੇ ਫੰਡ ਸੀਗੇ, ਉਹ ਮੇਰੇ ਕੋਲੇ ਫੰਡ 3 ਲੱਖ ਆਏ ਸੀ। ਐਂਡ ਉਹ ਲਾਇਬ੍ਰੇਰੀ ਲਈ ਸੀ। ਤੇ ਮੇਰਾ ਬੜਾ ਮਤਲਬ ਖੁਦ ਦਾ ਇੰਟਰਸਟ ਸੀ ਕਿ ਪਿੰਡ ਦੇ ਵਿੱਚ ਲਾਇਬ੍ਰੇਰੀ ਹੈ ਜਿਹੜੀ ਹੋਣੀ ਚਾਹੀਦੀ ਹੈ, ਕਿ ਬੱਚਿਆਂ ਨੂੰ ਆਪਾਂ ਪੜ੍ਹਾਈ ਵੱਲ ਲੈ ਕੇ ਜਾਈਏ, ਉਹਨਾਂ ਦਾ ਫੋਕਸ ਇੱਧਰ ਬਣੇ। ਹੁਣ ਜਦੋਂ ਲਾਇਬ੍ਰੇਰੀ ਨਹੀਂ ਹੋਊਗੀ, ਬੱਚੇ ਕਿੱਥੇ ਜਾ ਕੇ ਪੜ੍ਹਨਗੇ, ਠੀਕ ਹੈ। ਤਾਂ ਉਹ ਚੀਜ਼ ਲਿਆਉਣਾ ਚਾਹੁੰਦੀ ਸੀ। 3 ਲੱਖ ਸੀ, ਉਸ ਦੇ ਲਈ ਤੁਸੀਂ ਲਾਇਬ੍ਰੇਰੀ ਵੀ ਨਹੀਂ ਵਧੀਆ ਬਣਾ ਸਕਦੇ। ਇਹ ਹੈ, ਚਲੋ ਆਪਾਂ ਇੱਕ ਕਮਰੇ 'ਚੋਂ ਸਟਾਰਟ ਕਰ ਸਕਦੇ ਹਾਂ ਪਹਿਲਾਂ, ਪਰ ਮੈਨੂੰ ਇਹ ਸੀ ਕਿ ਉਹ ਇੱਕ ਅਪੀਲ ਕਰੇ ਲੋਕਾਂ ਨੂੰ ਵੀ ਤੁਸੀਂ ਆਓ ਇੱਥੇ, ਹੈ ਨਾ, ਦੇਖੋ, ਵਿਜ਼ਿਟ ਕਰੋ ਇੱਕ ਵਾਰੀ। ਹੌਲੀ ਹੌਲੀ ਲੋਕ ਜੁੜਦੇ ਜਾਣਗੇ। ਦੈਨ ਫਿਰ ਉਹ ਜੋ ਸਾਡੇ ABCDC IAS ਪਰਮੇਸ਼ ਨੇ, ਤੇ ਮਤਲਬ ਮੈਂ ਉਹਨਾਂ ਨੂੰ ਆਈਡਲ ਮੰਨਦੀ ਹਾਂ, ਠੀਕ ਹੈ। ਇੰਨੀ ਮਤਲਬ ਉਹਨਾਂ ਦੀ ਰਿਸਪੈਕਟ ਹੈ, ਮੈਂ ਦੱਸ ਨਹੀਂ ਸਕਦੀ ਤੁਹਾਨੂੰ। ਐਂਡ ਉਹਨਾਂ ਨੇ ਕਿਹਾ ਵੀ ਤੂੰ 3 ਲੱਖ 'ਚ ਤਾਂ ਕਰ ਨਹੀਂ ਸਕਦੀ। ਮੈਂ ਕਿਹਾ ਸਰ ਹੈ ਬਿਲਕੁਲ। ਮੈਂ ਉਹਨਾਂ ਨੂੰ ਮਾਡਲ ਵੀ ਦਿਖਾਇਆ, ਵੀ ਮੈਂ ਇਹ ਡਿਜ਼ਾਈਨ ਕਰਵਾਇਆ, ਮੈਂ ਇਸ ਤਰ੍ਹਾਂ ਦੀ ਮਤਲਬ ਆਰਕੀਟੈਕਚਰ ਇਸ ਤਰ੍ਹਾਂ ਦਾ ਮੈਨੂੰ ਪਸੰਦ ਹੈ, ਜਿਹੜਾ ਸਾਡੀ ਕਲਚਰ ਨੂੰ ਰਿਪਰੈਜ਼ੈਂਟ ਕਰੇ ਉਸ ਤਰ੍ਹਾਂ ਦਾ। ਮੈਂ ਕਿਹਾ ਸਰ ਮੈਂ ਇਸ ਤਰ੍ਹਾਂ ਦੀ ਬਣਾਉਣੀ ਹੈ ਤੇ ਆਈ ਨੀਡ ਫੰਡਸ। ਫਿਰ ਕਹਿੰਦੇ ਠੀਕ ਹੈ, ਤੈਨੂੰ ਫੰਡਸ ਮਿਲ ਜਾਣਗੇ, ਕੰਮ ਸ਼ੁਰੂ ਕਰ। ਮੈਂ ਕੰਮ ਸ਼ੁਰੂ ਕੀਤਾ। ਉਹਨਾਂ ਨੇ ਹਰ ਜਗ੍ਹਾ ਤੇ ਮੇਰੀ ਸਪੋਰਟ ਕੀਤੀ। ਤੇ ਮਤਲਬ ਮੈਂ ਕਹਿੰਦੀ ਹਾਂ, ਕੋਈ ਆਫਿਸਰ ਇੰਨੀ ਵਿਜ਼ਿਟ ਨਹੀਂ ਕਰਦਾ ਪਿੰਡ ਦੇ ਵਿੱਚ ਜਿੰਨੀਆਂ ਉਹਨਾਂ ਨੇ ਕੀਤੀਆਂ। ਫਿਰ ਉਸ ਤੋਂ ਬਾਅਦ ਹੁਣ ਸਾਨੂੰ ਬੁੱਕਸ ਬਾਰੇ ਵੀ ਨਹੀਂ ਪਤਾ, ਜਦੋਂ ਆਪਾਂ ਸਿਰਫ ਇੱਕ ਕੰਮ ਕਰਵਾਉਣ ਵਾਲੇ ਆਪਾਂ ਨੂੰ ਉਸਦਾ ਕਿੱਦਾਂ ਅੱਗੇ ਹੋਣਾ ਉਹ ਨਹੀਂ ਪਤਾ ਸੀ। ਲੇਕਿਨ ਉਹਨਾਂ ਕੋਲੇ ਕੰਟੈਕਟਸ ਸੀਗੇ, ਉਹਨਾਂ ਨੇ ਬੁੱਕਸ ਅਰੇਂਜ ਕਰਵਾਈਆਂ ਸਾਡੇ ਪਿੰਡ ਦੇ ਵਿੱਚ, ਫਰਨੀਚਰ ਐਂਡ ਪ੍ਰੋਪਰ ਮਤਲਬ ਇਦਾਂ ਦਾ ਇਨਵਾਇਰਨਮੈਂਟ ਬਣਾਇਆ ਲਾਇਬ੍ਰੇਰੀ ਦਾ ਜੋ ਹੋਣਾ ਚਾਹੀਦਾ। ਸੋ ਉਹਨਾਂ ਦੀ ਮਦਦ ਦੇ ਨਾਲ ਸਾਡੀ ਲਾਇਬ੍ਰੇਰੀ ਸਟਾਰਟ ਹੋਈ। ਤੇ ਉਸ ਤੋਂ ਬਾਅਦ ਹੁਣ ਤੁਸੀਂ ਇੰਪੈਕਟ ਦੇਖੋ, ਫਿਰ ਉਹਨਾਂ ਨੇ ਕਿਹਾ ਵੀ ਮੈਂ ਪੂਰੇ ਬਠਿੰਡੇ ਜ਼ਿਲ੍ਹੇ 'ਚ ਲਾਇਬ੍ਰੇਰੀਜ਼ ਬਣਾਉਣੀਆਂ। ਉਹਨਾਂ ਨੇ ਇੱਕ ਮਤਲਬ ਮਿਸ਼ਨ ਲੈ ਲਿਆ ਆਪਣੇ ਟਰਮ ਦੇ ਵਿੱਚ, ਜਦੋਂ ਇੱਥੇ ਸੀਗੇ ਬਠਿੰਡੇ, ਤੇ ਉਹਨਾਂ ਨੇ ਬਠਿੰਡਾ ਜ਼ਿਲ੍ਹਾ ਦੇ ਵਿੱਚ 2 ਲਾਇਬ੍ਰੇਰੀਜ਼ ਬਣਾ ਲਈ ਸੀ, ਦਾ ਯੂਥ ਲਾਇਬ੍ਰੇਰੀ, ਤੇ ਉਹਨਾਂ ਨੇ ਪਿੰਡਾਂ ਦੇ ਵਿੱਚ ਵੀ ਬਹੁਤ ਲਾਇਬ੍ਰੇਰੀਜ਼ ਬਣਾਈਆਂ। ਤੇ ਸਰਪੰਚਸ ਨੂੰ ਵੀ ਉਹ ਮੋਟੀਵੇਟ ਕਰਦੇ ਸੀ ਕਿ ਤੁਸੀਂ ਇਸ ਪਿੰਡ ਜਾ ਕੇ ਦੇਖ ਕੇ ਆਓ ਕਿ ਉੱਥੇ ਲਾਇਬ੍ਰੇਰੀ ਬਣੀ ਹੈ, ਆਪਣੇ ਪਿੰਡ ਵੀ ਬਣਾਓ। ਤੇ ਫਿਰ ਉਹ ਪਿੰਡਾਂ ਦੇ ਲੋਕ ਸਾਡੇ ਪਿੰਡ ਆ ਕੇ ਦੇਖਦੇ ਆ ਲਾਇਬ੍ਰੇਰੀਜ਼ ਤੇ ਆਪਦੇ ਪਿੰਡ ਬਣਾਉਂਦੇ ਆ। ਤੇ ਇਸ ਨਾਲ ਸਿਰਫ ਫਾਇਦਾ ਜਿਹੜਾ ਸਾਡੇ ਪਿੰਡ ਨੂੰ ਨਹੀਂ ਹੋਇਆ, ਨਾਲ ਦੇ ਪਿੰਡਾਂ ਦੇ ਬੱਚੇ ਵੀ ਉੱਥੋਂ ਬੁੱਕਸ ਲੈ ਕੇ ਜਾਂਦੇ ਆ। ਉਹਨਾਂ ਨੂੰ ਬਹੁਤ ਵਧੀਆ ਬੁੱਕਸ ਮਿਲੀਆਂ। ਉਹਨਾਂ ਨੂੰ ਦਿੱਲੀ ਤੋਂ ਮਟੀਰੀਅਲ ਆਇਆ ਹੈਗਾ ਜੋ ਉਹਨਾਂ ਨੇ ਕਦੇ ਇੰਨੀਆਂ ਮੋਟੀਵੇਸ਼ਨਲ ਬੁੱਕਸ ਨਹੀਂ ਦੇਖੀਆਂ, ਇਦਾਂ ਦਾ ਲਿਟਰੇਚਰ ਨਹੀਂ ਦੇਖਿਆ, ਬਹੁਤ ਮੋਟੀਵੇਟ ਹੋਏ। ਸਾਡੇ ਪਿੰਡ ਦੇ ਬਜ਼ੁਰਗ ਵੀ ਪੜ੍ਹਨ ਆਉਂਦੇ ਆ। ਬਹੁਤ ਮੈਨੂੰ ਨਹੀਂ ਪਤਾ ਸੀ ਕਿ ਇਦਾਂ ਉਹਨਾਂ ਦਾ ਪਿਆਰ ਹੈ ਸਾਹਿਬ ਦੇ ਨਾਲ, ਉਹ ਬਾਅਦ ਵਿੱਚ ਮੈਨੂੰ ਪਤਾ ਲੱਗਿਆ। ਸੋ ਬੀਬੀਆਂ ਨੇ ਉਹ ਬੱਚਿਆਂ ਦੀਆਂ ਕਿਤਾਬਾਂ ਪੜ੍ਹਦੀਆਂ। ਸੋ ਬਾਅਦ ਵਿੱਚ ਹੁਣ ਇਦਾਂ ਦਾ ਇੰਪੈਕਟ ਸਾਡੇ ਪਿੰਡ ਕ੍ਰੀਏਟ ਹੋਇਆ ਤੇ ਮੈਨੂੰ ਲੱਗਦਾ ਇਹ ਪਿੰਡ ਹੋਣਾ ਚਾਹੀਦਾ। ਬਹੁਤ ਵਧੀਆ। ਮਾਨਕ ਖਾਨਾ ਇਹਨਾਂ ਦਾ ਪਿੰਡ ਦਾ ਨਾਮ ਹੈ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਇਹ ਜਿਹੜਾ ਪਿੰਡ ਜਿਹੜਾ ਉਹ ਪੈਂਦਾ। ਅੱਗੇ ਅਸੀਂ ਗੱਲ ਨੂੰ ਹੋਰ ਤੋਰਾਂਗੇ ਕਿ ਤੁਸੀਂ ਜਿਵੇਂ ਕਿ ਇੱਕ ਸਕਸੈਸਫੁਲ ਕਹਿ ਸਕਦੇ ਆ, ਤੁਸੀਂ ਇੱਕ ਪੈਸ਼ਨੇਟ ਵੂਮਨ ਕਹਿ ਸਕਦੇ ਆ। ਸੋ ਪਿੰਡ ਦੀਆਂ ਔਰਤਾਂ ਦੀ ਜੇ ਆਪਾਂ ਗੱਲ ਕਰੀਏ, ਮੈਨੂੰ ਤੁਹਾਡੀ ਗੱਲ ਬੜੀ ਖੂਬਸੂਰਤ ਲੱਗੀ। ਇਹਨਾਂ ਨੇ ਪਿੰਡ ਦੇ ਘਰਾਂ ਦੇ ਬਾਹਰ ਜਿਹੜੀਆਂ ਨੇਮ ਪਲੇਟਸ ਲਾਈਆਂ, ਉੱਥੇ ਵੂਮਨ ਨੂੰ ਤਰਜੀਹ ਦਿੱਤੀ ਆ, ਉਹਨਾਂ ਦਾ ਜਿਹੜਾ ਉਹ ਨਾਮ ਲਿਖਿਆ ਹੈ,
ਠੀਕ ਹੈ, ਉਹਦੇ ਤੋਂ ਹੀ ਇੱਕ ਆਪਾਂ ਸੋਚ ਜਿਹੜੀ ਹੈ ਪਿੰਡ ਨੂੰ ਇੱਕ ਡਾਇਰੈਕਸ਼ਨ ਦੇ ਰਹੇ ਹਾਂ ਕਿ ਅਸੀਂ ਵੂਮਨ ਨੂੰ ਤਰਜੀਹ ਦੇਣੀ ਆ, ਉਹਨਾਂ ਨੂੰ ਤਰਜੀਹ ਦੇਣ ਨਾਲ ਸਾਡੇ ਪਿੰਡ 'ਚ ਇੰਪਰੂਵਮੈਂਟ ਆ ਸਕਦੀ ਆ, ਰਾਈਟ। ਜਿਹੜੇ ਯੰਗ ਗਰਲਸ ਹੈਗੀਆਂ, ਠੀਕ ਹੈ, ਉਹਨਾਂ ਨਾਲ ਕਿਸ ਤਰ੍ਹਾਂ ਦਾ ਰਿਲੇਸ਼ਨ ਡਿਵੈਲਪ ਕੀਤਾ ਤੁਸੀਂ ਪਿੰਡ ਦੇ ਵਿੱਚ? ਮੈਮ ਉਹਨਾਂ ਨਾਲ ਇਹੀ ਹੈ ਕਿ ਬਹੁਤ ਫਰੈਂਡਲੀ ਰਿਲੇਸ਼ਨਸ਼ਿਪ ਹੈ, ਕਿੱਦਾਂ ਤੁਸੀਂ ਅੱਗੇ ਜਾਣਾ ਹੈ। ਉਹ ਹੁਣ ਪਹਿਲਾਂ ਹੁੰਦਾ ਸੀ, ਪਹਿਲਾਂ ਡਰਦੀਆਂ ਸੀ ਵੀ ਦੀਦੀ ਪਤਾ ਨਹੀਂ ਕੀ ਕਹਿੰਦੇ ਨੇ। ਹੁਣ ਉਹਨਾਂ ਨਾਲ ਜਿਹੜਾ ਰਿਲੇਸ਼ਨ ਹੈ ਮੇਰਾ ਬਹੁਤ ਵਧੀਆ ਰਿਲੇਸ਼ਨ ਬਣਦਾ ਜਾ ਰਿਹਾ, ਔਰ ਇਵਨ ਹੁਣ ਉਹ ਮੇਰੇ ਤੋਂ ਐਡਵਾਈਸ ਵੀ ਲੈਂਦੇ ਵੀ ਦੀਦੀ ਅਸੀਂ ਅੱਗੇ ਕੀ ਕਰੀਏ, ਠੀਕ ਹੈ। ਤੇ ਜਿਹੜੇ ਤੁਸੀਂ ਨੇਮ ਪਲੇਟਸ ਦੀ ਗੱਲ ਕੀਤੀ, ਉਹ ਵੀ ਮੈਂ ਕਿਸੇ ਪਿੰਡ ਦੇਖਿਆ ਸੀ, ਮੈਂ ਕਿਹਾ ਆਹ ਚੀਜ਼ ਮੇਰੇ ਪਿੰਡ ਹੋਣੀ ਚਾਹੀਦੀ ਹੈ ਕਿ ਔਰਤਾਂ ਨੂੰ ਫੀਲਿੰਗ ਆਵੇ, ਹੈ ਨਾ, ਪਤਾ ਲੱਗੇ ਵੀ ਸਾਡੀ ਇਸ ਸੋਸਾਇਟੀ ਦੇ ਵਿੱਚ ਕੁਝ ਇੰਪੋਰਟੈਂਸ ਹੈ। ਫਿਰ ਮੈਂ ਉਸ ਤੋਂ ਬਾਅਦ ਜਦੋਂ ਆਪਣੇ ਪਿੰਡ ਕੀਤੀ ਤਾਂ ਮੈਨੂੰ ਇੱਕ ਬੀਬੀ ਨੇ ਕਿਹਾ ਕਿ ਵੀ ਆਹ ਚੀਜ਼ ਜਿਹੜੀ ਤੂੰ ਕਰਦੀ ਨਾ, ਮੈਨੂੰ ਘਰੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ। ਤੇ ਮੇਰਾ ਨਾਮ ਇੱਥੇ ਦੇਖ ਕੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਵੀ ਮੈਨੂੰ ਕਿੰਨੀ ਖੁਸ਼ੀ, ਪਿੰਡ ਦੇ ਲੋਕਾਂ ਨੂੰ ਮੇਰਾ ਨਾਮ ਹੀ ਨਹੀਂ ਪਤਾ ਹੈਗਾ। ਸੋ ਉਹ ਚੀਜ਼ ਨੇ ਵੀ ਕੁਝ ਔਰਤਾਂ 'ਚ ਹੈ ਨਾ ਇਹ ਜਗਾਇਆ ਕਿ ਅਸੀਂ ਕੁਝ ਕਰਨਾ। ਹੁਣ ਮੇਰੇ ਪਿੰਡ ਦੀਆਂ ਔਰਤਾਂ ਮੈਨੂੰ ਜੌਬ ਲਈ ਕਹਿ ਰਹੀਆਂ, ਜੋ ਪੜ੍ਹੀਆਂ ਲਿਖੀਆਂ ਨਹੀਂ ਹੈਗੀਆਂ ਬਟ ਕੁਝ ਨਾ ਕੁਝ ਕਰਨਾ ਚਾਹੁੰਦੀਆਂ। ਇਸ ਦੇ ਤਰ੍ਹਾਂ ਸੈਲਫ ਹੈਲਪ ਗਰੁੱਪਸ ਬਣਾਏ ਅਸੀਂ, ਉਸ ਦੇ ਤਹਿਤ ਅਸੀਂ ਸੋਚਦੇ ਹਾਂ, ਵਿਚਾਰਦੇ ਹਾਂ, ਪਰ ਕੁਝ ਹਲੇ ਸਾਡਾ ਬਣ ਕੇ ਨਹੀਂ ਆ ਰਿਹਾ। ਪਰ ਮੈਂ ਚਾਹੁੰਦੀ ਹਾਂ ਵੀ ਮੇਰੇ ਪਿੰਡ ਦੀਆਂ ਸਾਰੀਆਂ ਔਰਤਾਂ ਕੁਝ ਨਾ ਕੁਝ ਕਰਨ। ਮਤਲਬ ਇਹ ਨਹੀਂ ਕਿ ਘਰ ਵਾਲੇ ਤੋਂ ਮੰਗੀ ਜਾਣ ਤੇ ਫਿਰ ਤੁਹਾਨੂੰ ਪਤਾ ਡੋਮੈਸਟਿਕ ਵਾਇਲੈਂਸ ਕਿੰਨਾ ਹੁੰਦਾ, ਤੇ ਉਹ ਬੋਲਦੀਆਂ ਵੀ ਨਹੀਂ। ਇਹਨਾਂ ਦਾ ਜਿਹੜਾ ਪਿੰਡ ਆ ਮਾਨਕ ਖਾਨਾ, ਜੋ ਕਿ ਬਠਿੰਡਾ ਜ਼ਿਲ੍ਹੇ ਵਿੱਚ ਪੈਂਦਾ ਹੈ, ਤੇ ਇਹਨਾਂ ਨਾਲ ਡਿਸਕਸ਼ਨ ਕਰ ਰਹੀ ਸੀ ਕਿ ਇਟ ਸ਼ੁੱਡ ਬੀ ਵਨ ਆਫ ਅ ਵਿਲੇਜ ਕੀ ਜਿਹੜੀ ਐਗਜ਼ਾਮਪਲ ਸੈੱਟ ਕਰੇ ਕਿ ਬਿਜ਼ਨੈਸਿਸ ਜਿਹੜੇ ਆ ਉੱਥੋਂ ਹੋ ਰਹੇ ਨੇ, ਤੇ ਲੋਕ, ਕਿਉਂਕਿ ਛੋਟਾ ਜਿਹਾ ਪਿੰਡ ਹੈ, 600 ਲੋਕ ਹੈ, ਜੇ ਉਹ ਉੱਥੇ ਛੋਟੇ ਛੋਟੇ ਕਾਰੋਬਾਰ ਕੋ ਸ਼ੁਰੂ ਕਰਨ ਜਿਹੜਾ ਕਿ ਲੋਕਲ ਟੂ ਗਲੋਬਲ ਜਿਹੜੀ ਸੇਲ ਹੋ ਸਕੇ, ਤੇ ਬਹੁਤ ਹੀ ਇਹਨਾਂ ਦੀ ਜਿਹੜੀ ਹੈਲਪ ਹੋ ਸਕਦੀ। ਪਿੰਡ ਜਿਹੜਾ ਉਹ ਸੈਲਫ ਸਫੀਸ਼ੀਐਂਟ ਹੋ ਸਕਦਾ, ਇੱਕ ਐਸਾ ਪਿੰਡ ਬਣ ਸਕਦਾ ਕਿ ਜਿਹੜਾ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦਾ, ਪਰ ਸਾਰੀਆਂ ਪਾਰਟੀਆਂ ਉਹਦੀ ਹੈਲਪ ਕਰਦੀਆਂ ਨੇ, ਪਲੱਸ ਉਹ ਆਪਣੇ ਬਲਬੂਤੇ ਤੇ ਵੀ ਜਿਹੜਾ ਵਾ ਉਹ ਖੜਾ ਹੈ, ਉਸ ਚੀਜ਼ ਤੇ ਜਿਹੜਾ ਉਹ ਕੰਮ ਕੀਤਾ ਜਾ ਸਕਦਾ। ਇੱਕ ਮੈਨੂੰ ਬਹੁਤ ਹੀ ਨੈਕਸਟ ਜਿਹੜੀ ਮੈਂ ਤੁਹਾਡੀ ਇੰਟਰਵਿਊ ਸੁਣੀ, ਉਹਦੇ ਵਿੱਚ ਵੀ ਤੁਸੀਂ ਦੱਸਿਆ ਕਿ ਸੋਲਿਡ ਵੇਸਟ ਮੈਨੇਜਮੈਂਟ ਬਾਰੇ ਤੁਸੀਂ ਸੋਚਿਆ, ਠੀਕ ਹੈ। ਸੋ ਜੇ ਆਪਾਂ ਹੈਲਥ ਦੀ ਗੱਲ ਕਰ ਲਈਏ ਤੇ ਉਹਦੇ ਵਿੱਚ ਇਹਦਾ ਵੀ ਇੱਕ ਬੜਾ ਵੱਡਾ ਰੋਲ ਆ, ਕਿਉਂਕਿ ਅੱਧੇ ਨਾਲੋਂ ਜ਼ਿਆਦਾ ਬਿਮਾਰੀਆਂ ਤੇ ਗੰਦਗੀ ਤੋਂ ਹੀ ਸ਼ੁਰੂ ਹੋ ਰਹੀਆਂ ਨੇ। ਸੋ ਮੈਨੂੰ ਤੁਹਾਡਾ ਇਹ ਵਾਲਾ ਤਰੀਕਾ ਬਹੁਤ ਅੱਛਾ ਲੱਗਾ ਕਿ ਤੁਸੀਂ ਹਰ ਚੀਜ਼ ਜਿਹੜੀ ਜੜ ਤੋਂ ਫੜ ਰਹੇ ਹੋ, ਠੀਕ ਹੈ। ਤੁਸੀਂ ਬਹੁਤ ਵਧੀਆ ਆਪਣੀਆਂ ਪ੍ਰੀਵੀਅਸ ਇੰਟਰਵਿਊਜ਼ ਵਿੱਚ ਵੀ ਕਿਹਾ ਕਿ ਗਲੀਆਂ ਨਾਲੀਆਂ ਤੱਕ ਮੇਰੀ ਸੋਚ ਸੀਮਿਤ ਨਹੀਂ ਆ, ਉਸ ਚੀਜ਼ ਤੇ ਤੁਹਾਨੂੰ ਸਟੈਂਡਿੰਗ ਓਵੇਸ਼ਨ ਹੈ ਮੇਰੇ ਵੱਲੋਂ, ਰਾਈਟ, ਕਿਉਂਕਿ ਤੁਸੀਂ ਉਹੀ ਕੀਤਾ ਜਿਹਦੀ ਲੋੜ ਹੈ। ਜਦੋਂ ਪਿੰਡ ਦੇ ਬੱਚੇ ਪੜ੍ਹ ਲਿਖ ਜਾਣਗੇ, ਇੱਕ ਵੀ ਫੇਮਸ ਬੰਦਾ ਤੁਹਾਡੇ ਪਿੰਡ ਚੋਂ ਰਾਈਟਰ ਨਿਕਲ ਆਇਆ ਜਾਂ ਕੁਝ ਵੀ ਆ, ਕੁਝ ਬਣ ਗਿਆ ਪੜ੍ਹ ਕੇ ਉੱਥੇ, ਤੇ ਉਹ ਗਲੀਆਂ ਨਾਲੀਆਂ ਆਪੇ ਬਣਾ ਲੈਣਗੇ, ਠੀਕ ਹੈ। ਜੇ ਆਪਾਂ ਉਹਨਾਂ ਨੂੰ ਐਜੂਕੇਟ ਹੀ ਨਹੀਂ ਕੀਤਾ ਤੇ ਗਲੀਆਂ ਨਾਲੀਆਂ ਬਣਾ ਕੇ ਉਹਨਾਂ ਨੂੰ ਦਿੱਤੀਆਂ, ਤੇ ਫਿਰ ਉੱਥੇ ਦੇ ਉੱਥੇ ਹੀ ਰਹਿ ਜਾਣਗੇ। ਸੋ ਮੈਂ ਮੰਨਦੀ ਕਿ ਇਸ ਸੋਚ ਨੂੰ ਇੰਪਲੀਮੈਂਟ ਕਰਨਾ ਜਿਹੜਾ ਬਹੁਤ ਹੀ ਔਖਾ ਵਾ, ਠੀਕ ਹੈ। ਵਾਰ-ਵਾਰ ਇਸ ਮੁੱਦੇ ਨੂੰ ਲੈ ਕੇ ਜਿੰਨਾ ਵੀ ਔਖਾ ਹੋ ਸਕਦਾ ਬੰਦੇ ਦਾ, ਪਰ ਫਿਰ ਵੀ ਤੁਸੀਂ ਉਹ ਕੀਤਾ ਕਿ ਜੋ ਠੀਕ ਆ, ਠੀਕ ਹੈ। ਇਸੇ ਤਰ੍ਹਾਂ ਕਿ ਆਪਾਂ ਜਦੋਂ ਹੈਲਥ ਦੀ ਗੱਲ ਕਰਦੇ ਹਾਂ, ਵੇਸਟ ਮੈਨੇਜਮੈਂਟ ਦੀ ਗੱਲ ਕਰਦੇ ਹਾਂ, ਤੇ ਤੁਸੀਂ ਇੱਕ ਐਸਾ ਪ੍ਰੋਜੈਕਟ ਸੋਚਿਆ ਕਿ ਸੋਲਿਡ ਵੇਸਟ ਮੈਨੇਜਮੈਂਟ ਮੈਂ ਜਿਹੜਾ ਘਰਾਂ ਤੋਂ ਕੂੜਾ ਨਿਕਲ ਰਿਹਾ ਵਾ ਉਹਨੂੰ ਸੌਰਟਡ ਕਰਕੇ ਤੇ ਉਹਨੂੰ ਸਹੀ ਡਾਇਰੈਕਸ਼ਨ 'ਚ ਲੈ ਕੇ ਜਾਈਏ। ਸੋ ਕਿੱਥੋਂ ਤੁਹਾਨੂੰ ਇਹ ਸੋਚ ਆਈ ਤੇ ਇਹ ਵੀ ਚੀਜ਼ ਕਿੱਥੇ ਖੜੀ ਹੈ ਇਸ ਵਕਤ ਪਿੰਡ ਵਿੱਚ? ਦੇਖੋ, ਸਫਾਈ ਨੂੰ ਲੈ ਕੇ ਨਾ ਮੈਨੂੰ ਬਹੁਤ ਉਹ ਹੁੰਦਾ ਵੀ ਆਪਣੇ ਪਿੰਡ ਸਾਫ਼ ਹੋ ਜਾਣ। ਆਪਾਂ ਜਦੋਂ ਹੁਣ ਜੇ ਆਪਾਂ ਕਿਸੇ ਨੂੰ ਪੁੱਛਦੇ ਆ ਤੁਸੀਂ ਆਪਣੀ ਜ਼ਿੰਦਗੀ 'ਚ ਕੀ ਕਰਨਾ, ਸਾਰੇ ਕਹਿੰਦੇ ਬਾਹਰ ਜਾਣਾ। ਬਾਹਰ ਕਿਉਂ ਜਾਣਾ? ਸਭ ਤੋਂ ਪਹਿਲਾਂ ਸਿਸਟਮ ਦੀ ਗੱਲ ਹੁੰਦੀ, ਫਿਰ ਉੱਥੇ ਸਫਾਈ ਹੈ ਜੀ, ਆਪਣੀ ਸਫਾਈ, ਤੇ ਇੱਥੇ ਆਪਣੇ ਸਫਾਈ ਕਿਉਂ ਨਹੀਂ? ਕਿਉਂਕਿ ਆਪਾਂ ਹੀ ਗੰਦ ਪਾਉਣੇ, ਮੈਂ ਕੁਝ ਖਾ ਲਿਆ ਮੈਂ ਵੀ ਇੱਥੇ ਸਿੱਟ ਦੇਣਾ, ਠੀਕ ਹੈ। ਤਾਂ ਗੱਡੀ 'ਚ ਆਪਾਂ ਜਾ ਰਹੇ ਹਾਂ, ਮਹਿੰਗੀਆਂ ਗੱਡੀਆਂ ਸਾਡੇ ਕੋਲ, ਅਸੀਂ ਆਪਣਾ ਕੂੜਾ ਅੰਦਰ ਨਹੀਂ ਰੱਖਦੇ ਬਲਕਿ ਬਾਹਰ ਸਿੱਟ ਦਿੰਦੇ ਹਾਂ, ਹੈ ਨਾ। ਤਾਂ ਮੈਨੂੰ ਬੜੀ ਖਿੱਚ ਚੜ੍ਹਦੀ ਸੀ ਉਸ ਚੀਜ਼ ਦੀ, ਤੇ ਮੈਨੂੰ ਇਹ ਸੀ ਕਿ ਮੈਂ ਆਪਣੇ ਪਿੰਡ ਨੂੰ ਸਾਫ਼ ਕਰਨਾ ਹੈ। ਉਹ ਕਿੱਥੋਂ ਹੋਊਗਾ? ਸਾਰੇ ਕਹਿੰਦੇ ਪਹਿਲਾਂ ਤੁਸੀਂ ਗਲੀਆਂ ਨਾਲੀਆਂ ਬਣਾ ਲਓ, ਪਿੰਡ ਲੋਕੇਟ ਲੱਗ ਗਈ ਜੀ, ਸਾਡੇ ਪਿੰਡ ਨਹੀਂ ਲੱਗੀ। ਹੁਣ ਮੈਨੂੰ ਲੋਕ ਕਹਿੰਦੇ ਵੀ ਤੁਸੀਂ ਲਾਇਬ੍ਰੇਰੀ ਤੋਂ ਕੀ ਕਰਾਉਣਾ ਸੀਗਾ, ਵੀ ਲੋਕੇਟ ਬਣਾ ਲੈਣੀ ਸੀ, ਤੇ ਕਿੱਥੇ ਇਹੀ ਚੀਜ਼ ਮੈਨੂੰ ਜਦੋਂ ਮੋਟੀਵੇਟ ਕੀਤਾ ਹੈ ਨਾ ਪਰਮਜੀਤ ਸਰ ਨੇ ਕਿਹਾ ਤੁਸੀਂ ਦੇਖੋ ਵੀ ਇਹ ਤੋਂ ਲਾਇਬ੍ਰੇਰੀ ਤੋਂ ਤੁਸੀਂ ਕੀ ਪਾਓਗੇ ਤੇ ਇੱਕ ਗਲੀ ਤੋਂ ਕੀ ਪਾਓਗੇ, ਠੀਕ ਹੈ। ਤਾਂ ਮੈਂ ਕਿਹਾ ਵੀ ਹਾਂ, ਸਟਾਰਟਿੰਗ ਤੋਂ ਸਾਨੂੰ ਕੰਮ ਕਰਨਾ, ਜਦੋਂ ਆਪਾਂ ਪਿੰਡ 'ਚ ਜ਼ੀਰੋ ਤੋਂ ਕੰਮ ਕਰ ਰਹੇ ਹਾਂ ਤਾਂ ਪਹਿਲਾਂ ਪੜ੍ਹਾਈ ਜ਼ਰੂਰੀ, ਗਲੀਆਂ ਨਾਲੀਆਂ ਬਣ ਜਾਣਗੀਆਂ, ਕੋਈ ਚੱਕਰ ਨਹੀਂ। ਫਿਰ ਮੈਂ ਉਸ ਤੇ ਫੋਕਸ ਹੀ ਨਹੀਂ ਕੀਤਾ, ਮੈਂ ਇਹਨਾਂ ਚੀਜ਼ਾਂ ਤੇ ਫੋਕਸ ਕੀਤਾ। ਦੂਜੀ ਚੀਜ਼ ਆ ਗਈ ਬਿਹੇਵੀਅਰ ਚੇਂਜਸ ਦੀ। ਇਹ ਸੋਲਿਡ ਵੇਸਟ ਮੈਨੇਜਮੈਂਟ ਹੈ, ਜੇ ਆਪਾਂ ਸਫਾਈ ਰੱਖਣੀ, ਉਹ ਇੱਕ ਦਿਨ ਦਾ ਪ੍ਰੋਜੈਕਟ ਵੀ ਮੈਂ ਇੱਕ ਦਿਨ ਸਟਾਰਟ ਕਰਤਾ ਤੇ ਉਹ ਹੋ ਗਿਆ।
ਨਹੀਂ, ਉਹ ਲਗਾਤਾਰ ਚੱਲਦਾ ਰਹੂਗਾ ਜਿੰਨਾ ਚਿਰ ਸਾਡੇ ਚ ਬਿਹੇਵੀਅਰ ਚੇਂਜ ਨਹੀਂ ਆਉਂਦਾ, ਜਿੰਨਾ ਚਿਰ ਮੈਨੂੰ ਪਤਾ ਲੱਗ ਗਿਆ ਵੀ ਕੂੜਾ ਹੈ, ਕੂੜੇ ਦੀ ਜਗ੍ਹਾ ਡਸਟਬਿਨ ਚ, ਡਸਟਬਿਨ ਤੋਂ ਬਾਅਦ ਸਫਾਈ ਸੇਵਕ ਲੈ ਕੇ ਜਾਊਗਾ, ਉਹਨੇ ਅੱਗੇ ਨਿਪਟਾਰਾ ਕਰਨਾ ਉਸਦਾ। ਮੈਂ ਇਸ ਚੀਜ਼ ਦੇ ਇਸ ਪ੍ਰੋਸੈਸ ਤੇ ਕੰਮ ਕਰ ਰਹੀ ਹਾਂ। ਔਰ ਜਦੋਂ ਇਹ ਪ੍ਰੋਜੈਕਟ ਆਇਆ ਸੀ, ਮੈਂ ਆਪਣਾ ਬੈਠ ਕੇ ਪੜ੍ਹਾਈ ਕਰ ਰਹੀ ਸੀ, ਮੈਨੂੰ ਕਾਲ ਆਈ ਦਫ਼ਤਰ ਚੋਂ, ਕਹਿੰਦੇ ਮੈਮ ਸੋਲਿਡ ਵੇਸਟ ਮੈਨੇਜਮੈਂਟ ਦਾ ਪ੍ਰੋਜੈਕਟ ਹੈ, ਤੁਸੀਂ ਲੈਣਾ ਚਾਹੋਗੇ? ਮੈਂ ਦੂਜੀ ਵਾਰ ਸੋਚੀ, ਮੈਂ ਕਿਹਾ ਮੈਂ ਤਾਂ ਕਰਨੀ ਹੈ ਇਹ ਚੀਜ਼, ਠੀਕ ਹੈ। ਕਹਿੰਦੇ ਵੀ ਦੂਜੇ ਸਰਪੰਚ ਲੈਂਦੇ ਨਹੀਂ ਜੀ, ਕਿਸੇ ਪਿੰਡ ਨਹੀਂ, ਬਠਿੰਡੇ 'ਚ ਸਾਡੇ ਪਿੰਡ ਸਟਾਰਟ ਹੋਇਆ। ਮੈਂ ਕਿਹਾ ਮੈਂ ਕਰਨਾ ਜੀ, ਕੋਈ ਚੱਕਰ ਨਹੀਂ। ਫਿਰ ਉਸ ਤੋਂ ਬਾਅਦ ਹੁਣ ਪ੍ਰੋਜੈਕਟ ਤਾਂ ਕਰਨਾ ਹੈ, ਇਹ ਉਹਦੀ ABC ਨਹੀਂ ਪਤਾ ਕਿ ਕਿੱਦਾਂ ਕਰੀਏ ਅੱਗੇ, ਕਿਸੇ ਨੂੰ ਐਕਸਪੀਰੀਅੰਸ ਨਹੀਂ ਹੈਗਾ, ਕਿਉਂਕਿ ਜੇ ਡਿਪਾਰਟਮੈਂਟ ਵਾਲਿਆਂ ਨੂੰ ਵੀ ਜਿੰਨਾ ਚਿਰ ਉਹ ਕਰਦੇ ਨਹੀਂ ਉਸ ਚੀਜ਼ ਨੂੰ ਨਹੀਂ ਪਤਾ ਲੱਗਦਾ। ਫਿਰ ਕਿਸੇ ਇੰਟਰਵਿਊ 'ਚ ਮੈਂ ਇਦਾਂ ਹੀ ਦੱਸਿਆ ਕਿ ਇਹ ਪ੍ਰੋਜੈਕਟ ਅਸੀਂ ਕਰਨਾ ਹੈ, ਤੇ ਰਾਉਂਡ ਗਲਾਸ ਫਾਊਂਡੇਸ਼ਨ ਇੱਕ ਸੰਸਥਾ ਹੈ, ਉਹਨਾਂ ਨੇ ਸੁਣ ਲਿਆ ਕਿ ਉਹ ਆਗੇ ਵਿਜ਼ਿਟ ਕਰਨਗੇ, ਮੈਮ ਤੁਸੀਂ ਕਰਨਾ, ਤੁਸੀਂ ਕਰਨਾ ਚਾਹੁੰਦੇ ਹੋ, ਅਸੀਂ ਸਾਨੂੰ ਐਕਸਪੀਰੀਅੰਸ ਹੈ, ਠੀਕ ਹੈ। ਫਿਰ ਮੈਂ ਕਿਹਾ ਚਲੋ ਜੀ ਵਧੀਆ, ਮੈਨੂੰ ਟੀਮ ਮਿਲ ਗਈ। ਉਹਨਾਂ ਨੇ ਗ੍ਰਾਮ ਸਭਾ ਦੇ ਵਿੱਚ ਡਸਟਬਿਨਸ ਡਿਸਟ੍ਰੀਬਿਊਟ ਕੀਤੇ, ਲੋਕਾਂ ਨੂੰ ਐਜੂਕੇਟ ਕੀਤਾ ਕਿ ਕਿਸ ਤਰ੍ਹਾਂ ਆਪਾਂ ਕੂੜਾ ਘਰੇ ਹੀ ਅਲੱਗ-ਅਲੱਗ ਰੱਖਣਾ ਹੈਗਾ। ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੇ 15 ਦਿਨ ਇੱਕ ਬੰਦੇ ਨੂੰ ਛੱਡਿਆ ਵੀ ਪਿੰਡ ਦੇ ਵਿੱਚ ਕਿ ਤੁਸੀਂ ਰੋਜ਼ ਜਾਣਾ। ਮੈਂ ਵੀ 1-2 ਦਿਨ ਨਾਲ ਜਾਂਦੀ ਰਹੀ, ਉਹਨਾਂ ਨੂੰ ਦੱਸਦੀ ਰਹੀ ਵੀ ਤੁਸੀਂ ਕੂੜਾ ਪਾਓ। ਉੱਥੇ ਇੱਕ ਹੋਰ ਚੀਜ਼ ਮੈਨੂੰ ਬੜੀ ਹੈਰਾਨਗੀ ਵਾਲੀ ਲੱਗੀ ਕਿ ਕਈ ਪਰਿਵਾਰਾਂ ਨੇ ਮੈਨੂੰ ਇਹ ਕਿਹਾ ਕਿ ਸਾਡੇ ਤਾਂ ਜੀ ਕੂੜਾ ਹੀ ਨਹੀਂ ਹੈਗਾ। ਉਹ ਚੀਜ਼ ਬੜੀ ਖੜਕਦੀ ਹੈ, ਕਿਉਂਕਿ ਜਿੱਥੇ ਇਨਸਾਨ ਪਹੁੰਚ ਗਿਆ, ਜੇ ਉੱਥੇ ਪਲਾਸਟਿਕ ਨਹੀਂ ਹੈ ਤਾਂ ਹੋ ਹੀ ਨਹੀਂ ਸਕਦਾ ਅੱਜ ਕੱਲ੍ਹ। ਤੇ ਫਿਰ ਮੈਂ ਉਹਨਾਂ ਨੂੰ ਵੀ ਕਿਹਾ ਵੀ ਦੇਖੋ ਕੂੜਾ ਤਾਂ ਹੈ, ਉੱਪਰ ਜਾਂਦਾ ਕਿੱਥੇ, ਜਾਂ ਤੁਸੀਂ ਜਲਾ ਦਿੰਦੇ ਹੋ ਜਾਂ ਗਲੀਆਂ ਨਾਲੀਆਂ 'ਚ ਜਾਂ ਆਪਣੇ ਟੋਬੇ 'ਚ, ਤੇ ਵੀ ਇਹਨੂੰ ਆਪਾਂ ਖਤਮ ਕਰਨਾ। ਤੁਸੀਂ ਰੋਜ਼-ਰੋਜ਼ ਨਹੀਂ ਕਰ ਸਕਦੇ, ਕਲੈਕਸ਼ਨ ਕਰ ਲਓ, ਇੱਕ ਦਿਨ ਦੇ ਦਿਓ। ਤਾਂ ਉਹਨਾਂ ਚੀਜ਼ਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ। ਫਿਰ ਅਸੀਂ ਜਦੋਂ 15 ਦਿਨ ਤੱਕ ਉਹਨਾਂ ਨੂੰ ਐਜੂਕੇਟ ਕੀਤਾ, ਫਿਰ ਸਫਾਈ ਸੇਵਕ ਲਾ ਕੇ, ਫਿਰ ਮੁਸ਼ਕਲ ਆਈ ਸਾਡੀ ਸਫਾਈ ਸੇਵਕ ਦੀ। ਹੁਣ ਪਿੰਡ ਦੇ ਲੋਕ ਤੁਹਾਨੂੰ ਪਤਾ ਵਿੱਚ ਕਈ ਹੁੰਦੇ ਆ, ਉਹਨੂੰ ਕਹਿ ਰਹੇ ਕਰ ਤੈਨੂੰ ਇੱਥੇ ਪੈਸੇ ਨਹੀਂ ਬਣਨੇ, ਤੂੰ ਇਹਨਾਂ ਨੇ ਪੈਸੇ ਨਹੀਂ ਦੇਣੇ, ਇਹ ਉਹ ਕਰਕੇ ਹੁਣ ਹਟਾ ਦਿੱਤਾ। ਸਾਡੇ 4-5 ਸਫਾਈ ਸੇਵਕ ਹੈ ਜਿਹੜੇ ਪਿਛਲੇ 2-3 ਸਾਲਾਂ 'ਚ ਚੇਂਜ ਹੋਏ, ਤੇ ਉਹ ਇਸੇ ਤਰ੍ਹਾਂ ਹੀ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਫਿਰ ਪੈਸੇ ਨਹੀਂ ਪ੍ਰੋਪਰ ਮਿਲਦੇ, ਜਾਂ ਮਿਲਦੇ ਹੈਗੇ ਆ ਪਿੰਡ ਦੇ ਲੋਕ ਹੀ ਨਹੀਂ ਦਿੰਦੇ। ਸਾਡੇ ਪਿੰਡ ਦੇ ਲੋਕ ਕਿਉਂ ਉਹ ਇਹ ਸਮਝਦੇ ਨਹੀਂ ਅਗਲੇ ਮਹੀਨੇ ਦੇ ਦਾਂਗੇ, ਉਹ 50 ਰੁਪਏ ਚਾਹੀਦੇ, ਉਹਦੇ ਤੇ ਤਾਂ ਗੁਜ਼ਾਰਾ ਕਰਨਾ ਉਸ ਬੰਦੇ ਨੇ, ਵੀ ਤੁਸੀਂ ਉਹ ਤਾਂ ਐਟਲੀਸਟ ਉਹਨੂੰ ਦੇ ਦਿਓ। ਤੇ ਇਸ ਤਰ੍ਹਾਂ ਕਰਦੇ ਕਰਦੇ ਅੱਜ ਸਾਡਾ ਪ੍ਰੋਜੈਕਟ ਹੈ ਜਿਹੜਾ ਬਹੁਤ ਵਧੀਆ ਚੱਲ ਰਿਹਾ, ਇੱਕ ਵਧੀਆ ਲੈਵਲ ਤੇ ਪਹੁੰਚ ਗਿਆ। ਹੁਣ ਤਾਂ ਇਵਨ ਡਿਪਾਰਟਮੈਂਟ ਵੱਲੋਂ ਵੀ ਵੀਡੀਓਜ਼ ਬਣਾਈਆਂ ਜਾਂਦੀਆਂ ਕਿ ਇਸ ਪਿੰਡ ਦੇ ਵਿੱਚ ਪ੍ਰੋਜੈਕਟ ਚੱਲ ਰਿਹਾ, ਔਰ ਹੁਣ ਅਸੀਂ ਨੈਕਸਟ ਲੈਵਲ ਜਾ ਰਹੇ ਹਾਂ ਕਿ ਜਿਹੜਾ ਪਲਾਸਟਿਕ ਵੇਸਟ ਮੈਨੇਜਮੈਂਟ ਹੈ ਉਹਦੀ ਯੂਨਿਟ ਪੂਰੇ ਬਲਾਕ 'ਚ ਇੱਕ ਪਿੰਡ 'ਚ ਲੱਗਣੀ, ਤੇ ਮੈਂ ਪੂਰੇ ਹੋ ਕੇ ਉਹ ਆਪਦੇ ਪਿੰਡ ਲੈਂਦੀ ਹਾਂ, ਤਾਂ ਕਿ ਉਸ ਦੇ ਨਾਲ ਜੋ ਵੀ ਕੰਮ ਹੋਵੇਗਾ ਰੋਜ਼ਗਾਰ ਮੇਰੇ ਪਿੰਡ 'ਚ ਆਵੇਗਾ, ਔਰ ਮੇਰੇ ਪਿੰਡ ਨੂੰ ਜਿਹੜਾ ਅੱਗੇ ਮਤਲਬ ਰੈਵਨਿਊ ਬਣੇਗਾ। ਸੋ ਕਲਚਰ ਦੀ ਜੇ ਆਪਾਂ ਗੱਲ ਕਰ ਲਈਏ, ਪਿੰਡਾਂ ਨੇ ਜਿਹੜਾ ਕਲਚਰ ਸੰਭਾਲ ਕੇ ਰੱਖਿਆ ਪੰਜਾਬ ਦਾ, ਅਸੀਂ ਕਈ ਵਾਰੀ ਪਤਾ ਮੈਂ ਵੀ ਸੋਚਦੀ ਹੁੰਦੀ ਕਿ ਸਾਡੇ ਪਿੰਡ ਵੀ ਨਾ ਕੋਈ ਰੈਸਟੋਰੈਂਟ ਨਹੀਂ ਹੈਗਾ, ਕੋਈ ਸਪੈਸ਼ਲ ਨਹੀਂ ਹੈਗੀ ਕੋਈ ਚੇਨ। ਹਾਲਾਂਕਿ ਮੈਂ ਖੁਦ ਜੇ ਕੋਸ਼ਿਸ਼ ਕਰਾਂ ਪਰਸਨਲੀ ਤੇ ਮੈਂ ਇੱਥੇ ਕੁਝ ਡਿਫਰੈਂਟ ਜਿਹੜਾ ਉਹ ਲੈ ਕੇ ਆ ਸਕਦੀ ਹਾਂ, ਜਿਵੇਂ ਕਿ ਆਪਾਂ ਡਿਫਰੈਂਟ ਚੇਨਸ ਕਹਿ ਦਿੰਦੇ ਹਾਂ ਨਾ, ਪਰ ਮੈਂ ਕਦੀ ਵੀ ਇਹ ਨਹੀਂ ਸੋਚਿਆ, ਮੈਨੂੰ ਲੱਗਦਾ ਕਿ ਉਹ ਚੀਜ਼ ਮੇਰੇ ਕਲਚਰ ਖਰਾਬ ਕਰ ਦੇਗੀ ਪਿੰਡ ਦਾ, ਕਿ ਲੋਕ ਪਹਿਲਾਂ ਘਰਾਂ 'ਚ ਬੈਠ ਕੇ ਜਾਂ ਸਾਗ ਮੱਕੀ ਦੀ ਰੋਟੀ ਖਾ ਰਹੇ ਤੇ ਫਿਰ ਸਾਰਾ ਪਿੰਡ ਪੀਜ਼ਾ ਖਾਣ ਚੱਲ ਜਾਏਗਾ, ਠੀਕ ਹੈ। ਸੋ ਬਹੁਤ ਸਾਰੇ ਹੋਰ ਫੈਕਟਰਸ ਜਿਹੜੇ ਆ ਉਹ ਪਿੰਡਾਂ ਨਾਲ ਜੁੜੇ ਹੁੰਦੇ ਆ। ਪਿੰਡਾਂ ਦਾ ਪੁਰਾਣੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ, ਪਿੰਡਾਂ ਦਾ ਪੁਰਾਣਾ ਕਲਚਰ ਪ੍ਰੀਜ਼ਰਵ ਕਰਕੇ ਰੱਖਣਾ, ਇਹ ਵੀ ਇੱਕ ਸਰਪੰਚ ਦੀ ਜਿਹੜੀ ਬੜੀ ਵੱਡੀ ਡਿਊਟੀ ਹੈਗੀ ਆ ਕਿ ਮੇਰੇ ਪਿੰਡ ਦਾ ਜੋ ਕਲਚਰ ਆ, ਮੇਰੇ ਪਿੰਡ ਦੀ ਜੋ ਰਿਚਨੈਸ ਆ, ਜੋ ਉੱਥੇ ਯੂਨੀਕ ਆ, ਉਹਨੂੰ ਵੀ ਮੈਂ ਇਹਨੂੰ ਸੰਭਾਲ ਕੇ ਰੱਖਾਂ। ਜਿਹਦੇ ਵਿੱਚ ਜੇ ਆਪਾਂ ਸੈਸ਼ਨ ਦੇ ਪਿੰਡ ਦੀ ਗੱਲ ਕਰੀਏ ਤੇ ਇਹਨਾਂ ਨੇ ਆਪਣੇ ਪਿੰਡ ਵਿੱਚ ਪ੍ਰੋਪਰ ਸੱਥ ਬਣਾਈ ਆ, ਇਹਨਾਂ ਨੇ ਆਪਣੇ ਪਿੰਡ ਦਾ ਪੁਰਾਣਾ ਖੂਹ ਜਿਹੜਾ ਹੈ ਉਹਨੂੰ ਪ੍ਰੀਜ਼ਰਵ ਕਰਕੇ ਰੱਖਿਆ। ਸੋ ਉਹ ਉਸ ਪ੍ਰੋਜੈਕਟ ਤੇ ਥੋੜੀ ਜਿਹੀ ਹੋਰ ਵਿਸਥਾਰ ਨਾਲ ਦੱਸੋ। ਦੇਖੋ ਅਸੀਂ ਨਾ ਆਪਣੇ ਪਿੰਡ ਦੀ ਗ੍ਰਾਮ ਸਭਾਵਾਂ ਕਰਵਾਉਣੀ ਹੁੰਦੀ ਹੈ ਤੇ ਗ੍ਰਾਮ ਪੰਚਾਇਤ ਦਾ ਕੰਮ, ਤਾਂ ਸਾਡੇ ਬਜ਼ੁਰਗ ਮੈਂਬਰ ਨੇ ਛੋਟਾ ਸਿੰਘ ਜੀ, ਉਹਨਾਂ ਨੇ ਬਾਬਾ ਜੀ ਨੇ ਕਿਹਾ ਕਿ ਵੀ ਆਪਣੇ ਨਾਲ ਖੂਹ ਹੈ ਵੀ ਉਹਨੂੰ ਤੋਂ ਸੰਭਾਲਣਾ, ਕਿਉਂਕਿ ਸਾਡੇ ਬਜ਼ੁਰਗਾਂ ਨੇ ਪਾਣੀ ਪੀਤਾ ਉਸ ਤੋਂ ਬੜੀ ਦਿਲੀ ਇੱਛਾ ਵੀ ਮੈਂ ਜਾਂਦਾ ਜਾਂਦਾ ਉਸ ਨੂੰ ਸੰਭਾਲ ਜਾਵੇ, ਉਹ ਆਈ ਨਾ ਹੋ ਜੇ ਕੱਲ ਉੱਥੇ ਪਤਾ ਹੀ ਨਾ ਲੱਗੇ ਖੂਹ ਹੈਗਾ ਸੀ ਹੈ ਨਹੀਂ ਸੀ। ਤਾਂ ਪਿੰਡ ਦੀ ਸਾਡੇ ਕੋਲ ਇਹੀ ਵਿਰਾਸਤ ਦਾ ਸਾਹਮਣੇ ਸੀ ਚੁੱਕੀ। ਤੇ ਮੈਂ ਕਿਹਾ ਵੀ ਬਾਬਾ ਜੀ ਜਦੋਂ ਵੀ ਆਪਣੇ ਕੋਲੇ ਫੰਡ ਆਉਂਦੇ ਵੀ ਮੈਂ ਪਹਿਲੀ ਚੀਜ਼ ਤੁਹਾਡੇ ਤੇ ਕਰੂੰਗੀ। ਤੇ ਫਿਰ ਉਹੀ ਮੈਂ ABC ਸਰ ਨੂੰ ਦੱਸਿਆ, ਮੈਂ ਕਿਹਾ ਸਰ ਅਸੀਂ ਖੂਹ ਨੂੰ ਸੰਭਾਲਣਾ ਚਾਹੁੰਦੇ ਹਾਂ, ਵੀ ਨੀਡ ਫੰਡਸ। ਤੇ ਉਹਨਾਂ ਨੇ ਫਿਰ ਅਰੇਂਜ ਕਰਵਾਏ। ਕੁਝ ਸਾਨੂੰ ਅਮਰੀਕਾ ਤੋਂ ਹਰਬੰਸ ਸਿੰਘ ਸੀਗੇ, ਉਹਨਾਂ ਨੇ ਡੋਨੇਟ ਕਰ ਦਿੱਤੇ।
ਦੈਨ ਫਿਰ ਮੈਂ ਕਿਹਾ ਵੀ ਚਲੋ ਆਪਣਾ ਖੂਹ ਦਾ ਕੰਮ ਹੋ ਗਿਆ। ਫਿਰ ਅਸੀਂ ਸੋਚਦੇ ਸੀ ਕਿ ਉਹਦੇ ਨਾਲ ਸਾਡੀ ਸਾਥ ਹੈ ਜਿਹੜੀ ਉਹਦੀ ਬੜੀ ਮਹੱਤਤਾ ਹੈ, ਇੰਪੋਰਟੈਂਸ ਹੈ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਨਾ, ਮੈਂ ਆਪਣੇ ਆਲੇ ਦੁਆਲੇ ਦੇਖੀ ਜਾਂਦੀ ਹਾਂ ਕਿ ਬਹੁਤ ਲੋਕ ਪਾਗਲ ਹੀ ਹੋ ਰਹੇ, ਮੈਂਟਲੀ ਡਿਪਰੈਸ ਹੋ ਰਹੇ ਆ, ਡਿਪਰੈਸ਼ਨ ਦੇ ਵਿੱਚ ਜਾ ਰਹੇ ਆ, ਐਂਜ਼ਾਈਟੀ, ਗੁੱਸਾ, ਇਹ ਚੀਜ਼ਾਂ ਆ ਰਹੀਆਂ। ਪਰ ਇਹ ਪਹਿਲਾਂ ਨਹੀਂ ਹੁੰਦੀਆਂ ਸੀ, ਕਿਉਂਕਿ ਪਹਿਲਾਂ ਜਿਹੜਾ ਸਾਥ ਕਲਚਰ ਹੈ ਉਹ ਸਾਨੂੰ ਬਹੁਤ ਕੁਝ ਸਿਖਾਉਂਦਾ ਵੀ ਹੈ। ਠੀਕ ਹੈ, ਉੱਥੇ ਬੈਠ ਕੇ ਹੱਸਦੇ ਨੇ, ਖੇਡਦੇ ਨੇ, ਉਹ ਸਹਿਨਸ਼ੀਲਤਾ ਵੀ ਆਉਂਦੀ ਹੈ ਜਦੋਂ ਇੱਕ ਦੂਜੇ ਦਾ ਮਜ਼ਾਕ ਉਡਾਉਂਦੇ। ਪਰ ਉਹ ਚੀਜ਼ਾਂ ਕਿਤੇ ਨਾ ਕਿਤੇ ਖਤਮ ਹੋ ਰਹੀਆਂ। ਉੱਥੇ ਅਖਬਾਰ ਵੀ ਪੜ੍ਹਿਆ ਜਾਂਦਾ ਹੈ, ਫਿਰ ਉਹੀ ਬੰਦਾ ਜਿਹੜਾ ਅਖਬਾਰ ਪੜ੍ਹਦਾ ਦੂਜਿਆਂ ਨੂੰ ਇੱਕ ਤਰ੍ਹਾਂ ਚੌਧਰੀ ਬਣ ਕੇ ਸਾਰੀ ਨਿਊਜ਼ ਦੱਸਦਾ ਵੀ ਆਹ ਜਗ੍ਹਾ ਇੱਥੇ ਹੋ ਰਿਹਾ, ਇੱਥੇ ਇਹ ਚੀਜ਼ ਹੋ ਰਹੀ ਹੈ। ਤਾਂ ਉਹ ਮੈਨੂੰ ਸੀ ਵੀ ਉਸਨੂੰ ਪ੍ਰੋਪਰ ਫਿਰ ਅੱਗੇ ਇੱਕ ਲੈਵਲ ਤੇ ਲੈ ਕੇ ਜਾਈਏ ਕਿ ਉੱਥੇ ਰਿਪਰੈਜ਼ੈਂਟੇਸ਼ਨ ਹੋਵੇ ਸਾਡੇ ਕਲਚਰ ਦੀ ਵੀ। ਤੇ ਮੈਂ ਫਿਰ ਸੋਚਿਆ ਵੀ ਡਿਜ਼ਾਈਨ ਕੀਤਾ ਜਾਵੇ। ਮੇਰੀ ਟੀਮ ਨੇ ਸੋਚਿਆ, ਸਾਡੇ ਪੰਚਾਇਤ ਸਕੱਤਰ ਜੀ ਨੇ ਮੈਨੂੰ ਆਈਡੀਆ ਦਿੱਤਾ ਕਿ ਆਪਾਂ ਸਾਡੇ ਦੀ ਇੱਕ ਪ੍ਰੋਪਰ ਮਤਲਬ ਚੌਕੜੀ ਜੀ ਬਣਾ ਕੇ ਹੈ ਨਾ ਆਪਣੇ ਲੈ ਕੇ ਆਉਣੇ ਆਪਣੇ ਪਿੰਡ ਦੇ ਵਿੱਚ। ਫਿਰ ਉਹਨਾਂ ਨੇ ਇਸ ਦੇ ਪਲਾਨ ਤੇ ਵਰਕ ਕੀਤਾ ਐਂਡ ਫਿਰ ਸਾਡੇ ਪਿੰਡ ਵਿੱਚ ਖੂਹ ਦੇ ਨਾਲ ਇੱਕ ਸਾਥ ਹੈ ਜਿਹੜੀ ਉਹ ਪ੍ਰੋਪਰ ਬਣੀ ਹੋਈ ਹੈ। ਜਦੋਂ ਮੈਂ ਛੋਟੀ ਸੀ ਤੇ ਜਦੋਂ ਇਦਾਂ ਦੀ ਡਿਸਕਸ਼ਨ ਹੋਣੀ ਚਾਹੀਦੀ, ਠੀਕ ਹੈ, ਸਰਪੰਚ ਬਣਨ ਦੀ, ਸਰਪੰਚ ਇਦਾਂ ਦੀਆਂ ਗੱਲਾਂ ਘਰ ਹੋਣੀਆਂ ਤੇ ਮੇਰੇ ਮੰਮੀ ਪਾਪਾ ਨੇ ਕਹਿਣਾ ਕਿ ਉਹ ਤੇਰੇ ਤੋਂ ਫੈਸਲੇ ਨਹੀਂ ਹੋਣੇ, ਤੇ ਫੈਸਲੇ ਬੜੇ ਕਰਦੇ ਹੈਗੇ। ਠੀਕ ਹੈ, ਸੋ ਉਹ ਇਦਾਂ ਦਾ ਕੁਝ ਹੈ ਕਿ ਤੁਸੀਂ, ਕਿਉਂਕਿ ਜਿਹੜੀ ਪੁਲਿਸ ਆ ਉਹ ਵੀ ਇਹ ਚਾਹੁੰਦੀ ਕਿ ਮੈਕਸਿਮਮ ਕੇਸਿਸ ਜਿਹੜੇ ਉਹ ਪਿੰਡ 'ਚ ਹੀ ਸੋਲਵ ਹੋ ਜਾਣ, ਕਿਉਂਕਿ ਪਹਿਲਾਂ ਸਾਡਾ ਇਹੀ ਕਲਚਰ ਸੀ ਕਿ ਪਿੰਡ ਦੇ ਲੋਕ ਆਪਸ 'ਚ ਬੈਠ ਕੇ ਜਿਹੜਾ ਵਾ ਉਹ ਬਹੁਤ ਸਾਰੇ ਫੈਸਲੇ ਉੱਥੇ ਹੀ ਕਰ ਲੈਂਦੇ ਸੀ। ਠੀਕ ਹੈ, ਉਸ ਕਲਚਰ ਨੂੰ ਪ੍ਰਮੋਟ ਕਰਨ ਦੀ ਵੀ ਬੜੀ ਲੋੜ ਆ ਤਾਂ ਕਿ ਜਿਹੜੀ ਕੋਰ ਪੁਲਿਸਿੰਗ ਹੋ ਸਕੇ। ਸਿਕਿਉਰਿਟੀ ਤਾਂ ਹੀ ਹੋ ਸਕਦੀ ਹੈ ਪੰਜਾਬ ਦੇ ਵਿੱਚ, ਸੇਫਟੀ ਤਾਂ ਹੀ ਵੱਧ ਸਕਦੀ ਹੈ ਜੇ ਪੁਲਿਸ ਕੋ ਸਮਾਂ ਬਚੇਗਾ ਕਿ ਉਹ ਆਪਣਾ ਕੋਰ ਕੰਮ ਕਰ ਸਕਣ। ਉਹ ਤਾਂ ਹੀ ਇਹਨਾਂ ਦਾ ਕੰਮ ਘਟੇਗਾ ਜਦੋਂ 70-75% ਰੂਰਲ ਏਰੀਆ ਦੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਪ੍ਰੋਬਲਮਸ ਆ ਉਹ ਥਾਣਿਆਂ 'ਚ ਜਾਣੀਆਂ ਬੰਦ ਹੋ ਜਾਣਗੀਆਂ ਤੇ ਉੱਥੇ ਹਜ਼ਾਰ 2,000 ਕੇਸ ਪੈਂਡਿੰਗ ਪਏ ਰਹਿੰਦੇ ਆ। ਤੇ ਤੁਹਾਨੂੰ ਪਤਾ ਹੀ ਹੈ ਕਿ ਉਹ ਜਿਹੜੇ ਕੇਸ ਹੁੰਦੇ ਨਾ ਉਹ ਕਦੀ ਵੀ ਉੱਥੇ ਸੋਲਵ ਨਹੀਂ ਹੋਣੇ, ਸੋਲਵ ਫਿਰ ਬਾਹਰ ਆ ਕੇ ਹੋਣੇ ਕਿ ਤੁਸੀਂ ਰਾਜੀਨਾਮਾ ਕਰ ਲੈਣਾ। ਸੋ ਇਸ ਤੇ ਆਪਣੇ ਥੋੜੇ ਵਿਚਾਰ ਪੇਸ਼ ਕਰੋ ਕਿ ਇਹ 'ਚ ਚੱਲ ਕੀ ਰਿਹਾ ਹੈ ਤੇ ਹੋਣਾ ਕੀ ਚਾਹੀਦਾ, ਤੁਹਾਨੂੰ ਕੀ ਲੱਗਦਾ? ਮੈਨੂੰ ਬਿਲਕੁਲ ਤੁਸੀਂ ਸਹੀ ਕਿਹਾ ਵੀ ਪਹਿਲਾਂ ਜਿਹੜਾ ਹੁੰਦਾ ਸੀਗਾ ਕਿ ਪਿੰਡ ਦੇ ਵਿੱਚ ਸਾਡੇ ਜਿਹੜੇ ਹੁੰਦੇ ਸੋਲਵ ਹੋ ਜਾਂਦੇ ਸੀ। ਤੇ ਮੈਂ ਸ਼ੁਰੂਆਤ ਤੋਂ ਹੀ ਆਪਣਾ ਰੱਖਿਆ ਸੀ ਵੀ ਤੁਸੀਂ ਬਾਹਰ ਨਹੀਂ ਲੈ ਕੇ ਜਾਣੇ ਆਪਣੇ ਮੁੱਦੇ, ਪਿੰਡ ਤੋਂ ਬਾਹਰ ਨਹੀਂ ਆਪਾਂ ਜਾਣਾ, ਆਪਾਂ ਪਿੰਡ 'ਚ ਹੀ ਉਹਨਾਂ ਨੂੰ ਰਿਜ਼ੋਲਵ ਕਰਨਾ। ਐਂਡ ਮੋਸਟ ਆਫ ਦ ਕੇਸਿਸ ਅਸੀਂ ਆਪਣੇ ਪਿੰਡ ਦੇ ਵਿੱਚ ਹੀ ਸੋਲਵ ਕਰਦੇ ਹਾਂ। ਉਹਨਾਂ ਨੂੰ ਡੇਟਸ ਦਿੰਦੇ ਹਾਂ ਵੀ ਅੱਜ ਆਪਾਂ ਬਹਿ ਕੇ ਗੱਲਬਾਤ ਕਰਦੇ ਹਾਂ ਦੋਨਾਂ ਪਾਰਟੀਆਂ ਨੂੰ ਬਣਾਉਣੀ। ਐਂਡ ਬਹੁਤ ਰੇਅਰ ਕੇਸਿਸ ਦੇ ਵਿੱਚ ਜਦੋਂ ਕੋਈ ਹੱਲ ਨਿਕਲਦਾ ਹੀ ਨਹੀਂ, ਜਾਂ ਕੋਈ ਜਿਵੇਂ ਐਕਸੀਡੈਂਟ ਕੇਸ ਹੈ ਜਾਂ ਕੁਝ ਹੋਰ ਕ੍ਰਾਈਮ ਦਾ ਕੇਸ ਹੈ, ਉਹ ਪੁਲਿਸ ਕੋਲੇ ਜਾਂਦੇ ਨੇ। ਐਂਡ ਨਸ਼ਿਆਂ ਦਾ ਜਿਵੇਂ ਕੋਈ ਕੇਸ ਹੋ ਜਾਂਦਾ ਉਹ ਜਾਂਦੇ ਨੇ। ਤੇ ਮੇਰੀ ਕੋਸ਼ਿਸ਼ ਰਹਿੰਦੀ ਹੈ ਪਿੰਡ ਦੇ ਵਿੱਚ ਹੀ ਉਹਨਾਂ ਨੂੰ ਸੋਲਵ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਇਹਨਾਂ ਦੀ ਲੁੱਟ ਵੀ ਹੁੰਦੀ ਹੈ ਨਾ ਆਮ ਲੋਕਾਂ ਦੀ, ਉਹ ਨਾ ਹੋਵੇ। ਹੁਣਾ ਕੀ ਹੁੰਦਾ ਹੈ, ਉੱਥੇ ਜਾਂਦੇ ਨੇ, ਇੱਕ ਜਣਾ ਜਾਂਦਾ ਦੂਜੇ ਨੂੰ ਬੁਲਾਇਆ ਜਾਂਦਾ, ਉਹ ਬਾਅਦ ਦੇ ਵਿੱਚ ਉੱਥੇ ਉਹਨਾਂ ਦੀ ਜਿਹੜਾ ਸੁਲਹ ਹੋ ਜਾਂਦੀ ਹੈ, ਉਹ ਜਿਹੜਾ ਹੁਣ ਕਾਰਵਾਈ ਹੋਣੀ ਉਹ ਫਿਰ ਪੰਚਾਇਤ ਦੀ ਹੋਣੀ ਹੈ, ਸਾਈਨ ਸਰਪੰਚ ਦੇ ਹੋਣੇ। ਬਸ ਉੱਥੇ ਉਹਨਾਂ ਦਾ 2-3 ਹਜ਼ਾਰ ਰੁਪਇਆ ਲਗਾਉਣਾ ਹੁੰਦਾ। ਇੱਕ ਵਾਰੀ ਇਹ ਸਾਡੇ ਨਾਲ ਬਣ ਗਿਆ ਵੀ ਇੱਕ ਵਾਰੀ ਉੱਥੇ ਜਾ ਕੇ ਜਿੰਨਾ ਚਿਰ ਪੈਸੇ ਲੱਗਦੇ ਨਹੀਂ ਉਹਨਾਂ ਚਿਰ ਸਾਰੇ ਤਸੱਲੀ ਹੁੰਦੀ। ਬਿਲਕੁਲ, ਫਿਰ ਉਹ ਚੀਜ਼ ਨੂੰ ਮੈਂ ਉਹ ਕੀਤਾ ਵੀ ਦੇਖੋ ਤੁਸੀਂ ਉੱਥੇ ਜਾ ਕੇ ਪੈਸੇ ਦੇਣੇ, ਠੀਕ ਹੈ, ਹੋਰ ਕੁਝ ਨਹੀਂ ਹੁੰਦਾ। ਹੁਣ ਉਹੀ ਪੰਚਾਇਤੀ ਰਾਜੀਨਾਮਾ ਜਿਹੜਾ ਆਪਾਂ ਇੱਥੇ ਬਹਿ ਕੇ ਗੱਲ ਕਰ ਸਕਦੇ। ਪਹਿਲਾਂ ਤਾਂ ਦੇਖੋ ਤੁਹਾਨੂੰ ਅਸੀਂ ਮਤਲਬ ਦੋਨਾਂ ਨੂੰ ਵਿਨ-ਵਿਨ ਸਿਚੁਏਸ਼ਨ ਦੇ ਨੇ, ਪਰ ਜਦੋਂ ਨਹੀਂ ਹੁੰਦਾ ਫਿਰ ਉੱਥੇ ਜਾ ਕੇ ਇੱਕ ਮਾਰ ਖਾ ਜਾਂਦਾ, ਇੱਕ ਦੀ ਬਦਲੀ ਹੋ ਜਾਂਦੀ। ਤਾਂ ਇਸ ਕਲਚਰ ਨੂੰ ਵੀ ਪ੍ਰਮੋਟ ਕਰਨ ਦੇ ਲਈ ਮੈਂ ਆਪਣੇ ਪਿੰਡ ਦੇ ਲੋਕਾਂ ਨੂੰ ਵੀ ਇਹ ਮਤਾ ਵੀ ਪਾਇਆ ਸੀ ਕਿ ਤੁਸੀਂ ਜਿਹੜਾ ਪਹਿਲਾ ਕੇਸ ਹੈ ਉਹ ਇੱਥੇ ਲੈ ਕੇ ਆਉਣਾ, ਆਪਾਂ ਪੰਚਾਇਤ 'ਚ ਹੀ ਸੋਲਵ ਕਰਾਂਗੇ, ਆਪਾਂ ਬਾਹਰ ਜਾਣ ਹੀ ਨਹੀਂ ਦੇਣਾ ਹੈਗਾ। ਤੇ ਮੋਸਟ ਆਫ ਦ ਜਿਹੜੇ ਕੇਸਿਸ ਆ ਅਸੀਂ ਆਰਾਮ ਨਾਲ ਪਿੰਡ 'ਚ ਬੈਠ ਕੇ ਸੋਲਵ ਕਰਦੇ ਹਾਂ। ਸੋ ਆਪਾਂ ਜੇ ਡਰੱਗਸ ਦੀ ਗੱਲ ਕਰੀਏ, ਰਾਈਟ, ਸੋ ਵੈਸੇ ਤੇ ਡਰੱਗਸ ਆਰ ਐਵਰੀਵੇਅਰ, ਪੰਜਾਬ ਨੂੰ ਐਵੇਂ ਫਾਲਤੂ ਹੀ ਓਵਰ ਹਾਈਲਾਈਟ ਕੀਤਾ ਹੁੰਦਾ, ਰਾਈਟ। ਸੋ ਇਸ ਟੌਪਿਕ ਤੇ ਜੇ ਅਸੀਂ ਗੱਲ ਕਰੀਏ ਤੇ what 2 steps you have thought ਕਿ ਇਸ ਚੀਜ਼ ਤੋਂ ਮੈਂ ਆਪਣੇ ਪਿੰਡ ਨੂੰ ਕਿਵੇਂ ਦੂਰ ਰੱਖਾਂ? ਮੈਮ ਦੇਖੋ, ਮੈਂ ਐਕਚੁਅਲੀ ਇਸ ਚੀਜ਼ ਤੇ ਕੰਮ ਕਰ ਰਹੀ ਹਾਂ, ਹੈ ਨਾ। ਹੁਣ ਸਾਡੇ ਪਿੰਡ ਵੀ ਕੇਸਿਸ ਹੈਗੇ ਆ, ਪਿੱਛੇ ਜੀ ਇੱਕ ਬੱਚੇ ਦੀ ਡੈਥ ਵੀ ਹੋ ਗਈ, ਜਵਾਨ ਹੁੰਦਾ ਸੀ। ਮਤਲਬ ਬੜਾ ਦੁੱਖ ਹੁੰਦਾ ਜਦੋਂ ਇਹ ਚੀਜ਼ਾਂ ਸਾਹਮਣੇ ਆਉਂਦੀਆਂ। ਉਹ ਸਾਡੇ ਨਾਲ ਛੋਟਾ ਹੁੰਦਾ ਖੇਡਦਾ ਸੀ, ਬਚਪਨ ਇਕੱਠੇ ਬਿਤਾਏ, ਤੇ ਹੁਣ ਉਹ ਹੈ ਨਹੀਂ ਇਸ ਦੁਨੀਆ 'ਚ। ਤੇ ਇਹਨਾਂ ਚੀਜ਼ਾਂ ਤੇ ਕੰਮ ਕਰ ਰਹੇ ਹਾਂ ਅਸੀਂ। ਜਿਹੜੇ ਹੁਣ ਬੱਚੇ ਡਰੱਗਸ ਦੇ ਵਿੱਚ ਹੈਗੇ ਆ, ਜੇ ਆਪਾਂ ਕਹੀਏ ਕਿ ਪੁਲਿਸ ਲੈ ਜਾਏ ਉਹਨਾਂ ਨੂੰ, ਤਾਂ ਉਹ ਸੋਲਿਊਸ਼ਨ ਨਹੀਂ ਹੈਗਾ। ਮੈਨੂੰ ਨਹੀਂ ਲੱਗਦਾ ਉਹ ਸੋਲਿਊਸ਼ਨ ਹੈ।
ਕਿਉਂਕਿ ਪੁਲਿਸ ਵੀ ਕਿਤੇ ਨਾ ਕਿਤੇ ਡਰਦੀ ਹੈ ਵੀ ਇਹਨਾਂ ਨੂੰ ਕੁਝ ਹੋ ਨਾ ਜਾਵੇ। ਐਕਚੁਅਲੀ ਉਹਨਾਂ ਦੇ ਵਿੱਚ ਕੁਝ ਹੈ ਹੀ ਨਹੀਂ ਹੁਣ, ਜੇ ਆਪਾਂ ਜਾਨ ਦੀ ਗੱਲ ਕਰੀਏ ਜਾਂ ਸਟਰੈਂਥ ਹੋਵੇ ਮੁੰਡਿਆਂ ਵਿੱਚ ਨਹੀਂ ਹੈ, ਬਸ ਨਸ਼ੇ ਦੇ ਖਾਦੇ ਹੋਏ ਨੇ। ਤਾਂ ਉਹਨਾਂ ਦਾ ਕਿਸੇ ਨਾ ਕਿਸੇ ਢੰਗ ਨਾਲ ਜਿਹੜਾ ਪਹਿਲਾਂ ਨਸ਼ਾ ਛੁਡਾਇਆ ਜਾਵੇ। ਤਾਂ ਅਸੀਂ ਇੱਕ ਬੱਚੇ ਨੂੰ ਪਹਿਲਾਂ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਭੇਜਿਆ, ਹੁਣ ਅਸੀਂ ਦੇਖਦੇ ਹਾਂ ਵੀ ਉਹਦੇ ਕੀ ਅੱਗੇ ਜਿਹੜੇ ਰਿਜ਼ਲਟ ਆਉਂਦੇ ਨੇ, ਤਾਂ ਫਿਰ ਹੀ ਆਪਾਂ ਇਸ ਨੂੰ ਹੋਰ ਜਿਹੜਾ ਡਿਜ਼ਾਈਨ ਕਰ ਸਕਦੇ ਹਾਂ। ਤੇ ਇਸ ਦੇ ਨਾਲ ਹੀ ਅਸੀਂ ਆਪਣੇ ਪਿੰਡ ਦੇ ਵਿੱਚ ਜਿਹੜਾ ਨਸ਼ਾ ਨਾ ਵਿਕੇ ਇਸ ਤੇ ਕੰਮ ਕਰਦੇ ਹਾਂ, ਤਾਂ ਕਿ ਹੋਰ ਅੱਗੇ ਨਾ ਇਹ ਗੱਲ ਵਧੇ। ਜਿਹੜੇ ਚਲੋ ਇੱਕ ਵਾਰੀ ਜਿਵੇਂ ਕਹਿੰਦੇ ਸੇਬ ਗਲ ਗਿਆ ਤਾਂ ਉਹਨੂੰ ਅਲੱਗ ਹੀ ਕਰ ਦਿੱਤਾ ਜਾਵੇ, ਤਾਂ ਦੂਜੇ ਸੇਬ ਨਾ ਖਰਾਬ ਹੋਣ। ਅਸੀਂ ਇਸ ਚੀਜ਼ ਤੇ ਜ਼ਿਆਦਾ ਫੋਕਸ ਕਰਦੇ ਹਾਂ, ਕਿਉਂਕਿ ਉਹ ਤੇ એનર્ਜੀ ਘੱਟ ਲੱਗੂ, ਜਿਹੜੇ ਗਲ ਚੁੱਕੇ ਆ ਉਹਨਾਂ ਦੀ એનર્ਜੀ ਵੀ ਜ਼ਿਆਦਾ ਲੱਗੂ ਤੇ ਹੋਪ ਵੀ ਬਹੁਤ ਘੱਟ ਹੈ, ਪਰ ਹੋਪ ਹੈਗੀ ਹੈ। ਤੇ ਹੁਣ ਆਪਾਂ ਲਾਸਟ ਵਿੱਚ ਗੱਲ ਕਰਦੇ ਹਾਂ ਅਵਾਰਡਸ ਐਂਡ ਰੈਕਗਨੀਸ਼ਨਸ ਦੀ। ਜੀ ਠੀਕ ਹੈ, ਸੋ ਇੰਨੇ ਅੱਛੇ ਸਫ਼ਰ ਦੇ ਵਿੱਚ ਤੁਹਾਨੂੰ ਕਿਤੇ ਕਿਤੇ ਜਾਣ ਦਾ ਜਾਂ ਫਿਰ ਕਿਤੋਂ ਕਿਤੋਂ ਰੈਕਗਨਾਈਜ਼ ਹੋਣ ਦਾ ਮੌਕਾ ਮਿਲਿਆ ਤੇ ਖੁਸ਼ੀ ਕਿੱਦਾਂ ਦੀ ਸੀ ਉਹ? ਜੀ, ਸਭ ਤੋਂ ਪਹਿਲਾਂ ਤਾਂ ਜਿਹੜੇ ਮੈਂ ਇਹ ਕੰਮ ਕੀਤੇ, ਸੋਲਿਡ ਵੇਸਟ ਮੈਨੇਜਮੈਂਟ ਹੋ ਗਿਆ, ਲਿਕੁਇਡ ਵੇਸਟ ਮੈਨੇਜਮੈਂਟ ਹੋ ਗਿਆ, ਲਾਇਬ੍ਰੇਰੀ ਹੋ ਗਈ, ਔਰਤਾਂ ਦੇ ਜਿਹੜੇ ਨੇਮ ਪਲੇਟਸ ਹੋ ਗਈ। ਇੱਕ ਮੈਂ ਹੋਰ ਚੀਜ਼ ਦੱਸਾਂ, ਮੈਂ ਆਪਣੇ ਪਿੰਡ ਦੇ ਵਿੱਚ ਹੀ ਸ਼ਗਨ ਸਕੀਮ ਸਟਾਰਟ ਕੀਤੀ ਵੀ ਜਿਹੜੇ ਪਿੰਡ ਦੀਆਂ ਵੈਲ ਆਫ ਫੈਮਿਲੀਜ਼ ਨੇ ਉਹ ਇਕੱਠੀਆਂ ਕਰਕੇ ਪੈਸੇ ਇਕੱਠੇ ਕਰਕੇ ਜਿਹੜੇ ਬੱਚੀਆਂ ਲੜਕੀਆਂ ਗਰੀਬ ਪਰਿਵਾਰ ਤੋਂ ਨੇ, ਜਦੋਂ ਉਹਨਾਂ ਦਾ ਜਨਮ ਹੁੰਦਾ ਸੀ ਉਹਨੂੰ 1100 ਰੁਪਏ ਔਰ ਜਦੋਂ ਵਿਆਹ ਹੁੰਦਾ ਉਹਨੂੰ 5100 ਰੁਪਏ ਦਿੰਦੇ ਆ। ਇਹ ਅਸੀਂ ਪਿੰਡ ਲੈਵਲ ਤੇ ਆਪਣੇ ਤੌਰ ਤੇ, ਮਤਲਬ ਕੋਈ ਸਰਕਾਰੀ ਮਦਦ ਤੇ ਨਹੀਂ ਹੈਗਾ। ਤੇ ਇਸ ਦੇ ਨਾਲ ਹੀ ਅਸੀਂ ਔਰਤਾਂ ਦੇ ਸੈਲਫ ਹੈਲਪ ਗਰੁੱਪ ਬਣਾਏ ਹੈ ਔਰ ਕਈ ਐਨਜੀਓਜ਼ ਨਾਲ ਟਾਈ ਅਪ ਕੀਤਾ ਤਾਂ ਕਿ ਉਹਨਾਂ ਨੂੰ ਅੱਗੇ ਲੈ ਕੇ ਜਾ ਸਕੀਏ। ਫਿਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅਵਾਰਡਸ ਦੀ, ਤਾਂ ਸਾਨੂੰ 3 ਨੈਸ਼ਨਲ ਅਵਾਰਡਸ ਪਿਛਲੇ ਸਾਲਾਂ ਦੇ ਵਿੱਚ ਮਿਲੇ ਹੈ। ਜਿਵੇਂ ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ, ਇਹਦੇ ਵਿੱਚ ਹੁੰਦਾ ਕਿ ਤੁਸੀਂ ਪੂਰੇ ਪੰਚਾਇਤ ਦੇ ਸਾਰੇ ਜਿਹੜੇ ਏਰੀਆਜ਼ ਹੋ ਗਏ ਤੁਸੀਂ ਉੱਥੇ ਕੰਮ ਕੀਤਾ, ਮਤਲਬ ਇਹ ਨਹੀਂ ਕਿ ਇੱਕੋ ਹੀ ਚੀਜ਼ ਤੇ ਆਪਾਂ ਫੋਕਸ ਕੀਤਾ ਹੈਗਾ। ਦੂਸਰਾ ਸਾਨੂੰ ਮਿਲਿਆ ਸੀਗਾ ਨਾਨਾ ਜੀ ਦੇਸ਼ਮੁਖ ਰਾਸ਼ਟਰੀ ਗੌਰਵ ਗ੍ਰਾਮ ਸਭਾ ਅਵਾਰਡ। ਗ੍ਰਾਮ ਸਭਾਵਾਂ ਸਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਬਹੁਤ ਘੱਟ ਹੁੰਦੀਆਂ ਨੇ, ਤੇ ਉਸ ਤੇ ਅਸੀਂ ਫੋਕਸ ਕੀਤਾ ਕਿ ਹਰੇਕ ਪਿੰਡ, ਮਤਲਬ ਪਿੰਡ ਦੇ ਜਿਹੜਾ ਵੀ ਬੰਦਾ ਹੈਗਾ ਗ੍ਰਾਮ ਸਭਾ ਮੈਂਬਰ ਹੈਗਾ, ਉਹਦੀ ਇਨਵੋਲਵਮੈਂਟ ਹੈ ਜਿਹੜੀ ਹੋਣੀ ਚਾਹੀਦੀ ਹੈ ਕਿ ਪਿੰਡ ਦਾ ਵਿਕਾਸ ਕਿੱਦਾਂ ਹੋਵੇ, ਉਹਦੇ ਵਿਊਜ਼ ਕਿੱਦਾਂ, ਉਹ ਮਤਲਬ ਉਹਨਾਂ ਨੂੰ ਆਪਾਂ ਲੈਣਾ ਹੈਗਾ ਤੇ ਉਹਨਾਂ ਦੀਆਂ ਜੋ ਪ੍ਰੋਬਲਮਸ ਹੈ ਉਹਨਾਂ ਨੂੰ ਆਪਾਂ ਉੱਥੇ ਹੀ ਸੋਲਵ ਕਰਨਾ। ਤੇ ਉਸ ਦੇ ਨਾਲ ਹੀ ਸਾਨੂੰ ਜਿਹੜਾ ਤੀਸਰਾ ਅਵਾਰਡ ਮਿਲਿਆ ਉਹ ਗ੍ਰਾਮ ਪੰਚਾਇਤ ਡਿਵੈਲਪਮੈਂਟ ਪਲਾਨ, ਕਿ ਤੁਹਾਡਾ ਪਲਾਨ ਕੀ ਹੈ ਆਪਣੀ ਪੰਚਾਇਤ ਦੇ ਲਈ, ਆਉਣ ਵਾਲੇ ਸਮੇਂ ਦੇ ਲਈ ਤੁਸੀਂ ਕਿਸ ਤਰ੍ਹਾਂ ਆਪਣੇ ਪਿੰਡ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਕੀ ਵਿਜ਼ਨ ਹੈਗਾ, ਕੀ ਲੋਕਾਂ ਦਾ ਵਿਜ਼ਨ ਹੈਗਾ, ਕਿ ਉਹ ਕਿੱਥੋਂ ਤੱਕ ਸੋਚਦੇ ਆ ਤੁਹਾਡੇ ਪਿੰਡ ਨੂੰ। ਤੇ ਇਹਨਾਂ ਤੇ ਮਿਲਿਆ ਸੀ। ਰੀਸੈਂਟਲੀ 2 ਅਕਤੂਬਰ ਨੂੰ ਸਾਨੂੰ 2 ਹੋਰ ਸਨਮਾਨ ਵੀ ਮਿਲੇ ਨੇ। ਇੱਕ ODF ਪਲੱਸ ਫਿਲਮ ਸਰਟੀਫਿਕੇਸ਼ਨ ਦੇ ਤਹਿਤ ਸਾਡੇ ਪਿੰਡ ਨੂੰ ਚੁਣਿਆ ਗਿਆ, ਔਰ ਦੂਸਰਾ ਬਠਿੰਡੇ ਜ਼ਿਲ੍ਹੇ 'ਚ ਕੋਈ ਪਿੰਡ ਚੁਣਿਆ ਗਿਆ ਮੇਰਾ ਪਿੰਡ ਮੇਰੀ ਜ਼ਿੰਮੇਵਾਰੀ ਦੇ ਤਹਿਤ, ਜਿਹੜਾ ਅਸੀਂ ਸਵੱਛ ਭਾਰਤ ਮਿਸ਼ਨ ਦੇ ਅਧੀਨ ਆਪਣੇ ਪਿੰਡ ਦੇ ਵਿੱਚ ਅਲੱਗ-ਅਲੱਗ ਕੰਮ ਕਰ ਰਹੇ ਹਾਂ ਉਸ ਦੇ ਤਹਿਤ। ਬਹੁਤ ਵਧੀਆ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੇ ਲਾਸਟ ਵਿੱਚ ਮੈਂ ਚਾਹਾਂਗੀ ਕਿ ਪੰਜਾਬ ਦੇ ਵਿੱਚ 13,000 ਪਲੱਸ ਪਿੰਡ ਹੈ ਜੀ, ਠੀਕ ਹੈ, ਤੇ ਇੱਕ ਯੰਗੈਸਟ ਸਰਪੰਚ ਤੋਂ ਸਾਰੇ ਜਿਹੜੇ ਹਰ ਪਿੰਡ 'ਚ ਸਰਪੰਚ ਬੈਠੇ ਨੇ, ਪੰਚ ਬੈਠੇ ਨੇ, ਉਹਨਾਂ ਲਈ ਤੁਹਾਡੇ ਪਿਛਲੇ ਛੋਟੇ ਜਿਹੇ 3-4 ਸਾਲ ਦੇ ਐਕਸਪੀਰੀਅੰਸ ਤੋਂ ਉਹਨਾਂ ਲਈ ਕੀ ਮੈਸੇਜ ਹੈ ਕਿ ਉਹ ਆਪਣੇ ਪਿੰਡ ਵਿੱਚ ਕੀ ਕਰਨ? ਮੈਂ ਉਹੀ ਇਹਨਾਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਿਹੜਾ ਸਾਡੇ ਪੰਜਾਬ ਦੀਆਂ ਪ੍ਰੋਬਲਮਸ ਹੈ ਉਹਨਾਂ ਦੇ ਉੱਪਰ ਫੋਕਸ ਕੀਤਾ ਜਾਵੇ। ਜਿਵੇਂ ਸਾਡੇ ਬਠਿੰਡੇ ਏਰੀਏ ਦੇ ਵਿੱਚ ਪਾਣੀ ਦੀ ਕਮੀ ਹੋ ਰਹੀ ਹੈ, ਤਾਂ ਅਸੀਂ ਪਾਣੀ ਨੂੰ ਕਿਸ ਤਰ੍ਹਾਂ ਸੰਭਾਲਣਾ, ਸਰਕਾਰ ਵੱਲੋਂ ਅਲੱਗ-ਅਲੱਗ ਸਟੈਪਸ ਉਠਾਏ ਜਾ ਰਹੇ ਆ, ਮਿਸ਼ਨਸ ਹੈਗੇ ਆ, ਸਕੀਮਸ ਹੈਗੀਆਂ, ਉਹਨਾਂ ਤੇ ਫੋਕਸ ਕੀਤਾ ਜਾਵੇ। ਤੁਸੀਂ ਆਪਣੇ ਪਿੰਡ ਦੇ ਵਿੱਚ ਲਿਕੁਇਡ ਵੇਸਟ ਮੈਨੇਜਮੈਂਟ ਹੈ ਜਾਂ ਮੀਂਹ ਦੇ ਪਾਣੀ ਨੂੰ ਕਿਸ ਤਰ੍ਹਾਂ ਸੰਭਾਲਣਾ, ਉਸ ਪ੍ਰੋਜੈਕਟਸ ਦੇ ਉੱਪਰ ਕੰਮ ਕਰੋ। ਸੋਲਿਡ ਵੇਸਟ ਮੈਨੇਜਮੈਂਟ ਹੈ ਉਸ ਦੇ ਉੱਪਰ ਕੰਮ ਕਰੋ, ਤਾਂ ਕਿ ਲੋਕਾਂ ਦੇ ਵਿੱਚ ਆਪਾਂ ਬਿਹੇਵੀਅਰਲ ਚੇਂਜਸ ਲੈ ਕੇ ਆਈਏ। ਇਨਫਰਾਸਟ੍ਰਕਚਰ ਤਾਂ ਬਹੁਤ ਬਣ ਜਾਊਗਾ ਜੀ, ਪੈਸਾ ਬਹੁਤ ਹੈ ਪੰਜਾਬ ਕੋਲੇ ਬਣਾ ਲੂਗਾ, ਪਰ ਉਸ ਤੋਂ ਅੱਗੇ ਕਿਵੇਂ ਲੈ ਕੇ ਜਾਣਾ ਆਪਾਂ, ਠੀਕ ਹੈ, ਖੰਡਰ ਨਾ ਬਣ ਜਾਣ ਚੀਜ਼ਾਂ, ਉਸ ਤੋਂ ਅੱਗੇ ਉਹਨਾਂ ਨੂੰ ਆਪਾਂ ਕਿੱਦਾਂ ਮੈਨੇਜ ਕਰਨਾ ਹੈ, ਪ੍ਰੋਪਰ ਇੱਕ ਪਲਾਨ ਤਿਆਰ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਪੰਜਾਬ ਹੈ ਇੱਕ ਬਿਹਤਰ ਪੰਜਾਬ ਬਣ ਸਕੇ ਔਰ ਜੋ ਕਮੀਆਂ ਨੇ ਉਹਨਾਂ ਨੂੰ ਅਸੀਂ ਦੂਰ ਕਰ ਸਕੀਏ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਫॉर ਬੀਇੰਗ ਔਨ ਆवर ਸ਼ੋ। ਥੈਂਕ ਯੂ ਸੋ ਮਚ। ਸੋ ਇਹ ਸੀ ਸਾਡੇ ਨਾਲ ਸੈਸ਼ਨਦੀਪ ਕੌਰ ਮਾਨਵਖਾਨਾ ਪਿੰਡ ਤੋਂ, ਜੋ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ। ਸੋ ਸੈਸ਼ਨ ਜੀ ਨਾਲ ਗੱਲ ਕਰਕੇ ਅੱਜ ਬਹੁਤ ਹੀ ਵਧੀਆ ਲੱਗਾ, ਮੇਰੇ 'ਚ ਬੜਾ ਜੋਸ਼ ਆ ਗਿਆ ਕਿ ਮੇਰੇ ਤੋਂ ਵੀ 10 ਇਅਰਸ ਯੰਗਰ ਜਿਹੜੇ ਬੱਚੇ ਉਹ ਕਿੰਨਾ ਅੱਛਾ ਕੰਮ ਜਿਹੜਾ ਉਹ ਕਰ ਰਹੇ ਨੇ। ਮੇਰੀਆਂ 2 ਤੁਹਾਨੂੰ ਰਿਕੁਐਸਟ ਹੈ, ਇਸ ਸ਼ੋਅ ਨੂੰ ਪੂਰਾ ਇਹਨੂੰ ਜੀ ਕੇ ਵੇਖਣ ਤੋਂ ਬਾਅਦ ਮੈਨੂੰ ਕੀ ਲੱਗਦਾ ਕਿ ਫਰਸਟ ਕਿ
ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿਹੜੀ ਰਾਈਟਰ ਕਮਿਊਨਿਟੀ ਆ ਉਹ ਜਦੋਂ ਵੀ ਆਪਣਾ ਬੁੱਕ ਲਾਂਚ ਕਰੇ ਕੋਈ ਵੀ ਰਾਈਟਰ, ਤੇ ਤੁਸੀਂ ਇਹਨਾਂ ਦੇ ਪਿੰਡ ਦੀ ਲਾਇਬ੍ਰੇਰੀ ਨੂੰ ਚੂਜ਼ ਕਰੋ, ਕਿਉਂਕਿ ਲਾਇਬ੍ਰੇਰੀ ਦੀ ਸ਼ਾਨ ਤਾਂ ਹੀ ਵੱਧਦੀ ਹੈ ਕਿ ਜਦੋਂ ਰਾਈਟਰਸ ਉੱਥੇ ਬੈਠੇ ਹੋਣ, ਉਹਨਾਂ ਦੀਆਂ ਨਵੀਆਂ ਕਿਤਾਬਾਂ ਉੱਥੇ ਜਿਹੜੀਆਂ ਹੋਣ, ਤੇ ਥੋੜੇ ਬਹੁਤ ਪਿੰਡ ਦੇ ਲੋਕ ਵੀ ਉੱਥੇ ਤੁਹਾਨੂੰ ਜੁਆਇਨ ਕਰਨਗੇ, ਤੇ ਹੋਰ ਜਿਹੜਾ ਉਹ ਖੂਬਸੂਰਤੀ ਜਿਹੜੀ ਹੈ ਲਾਇਬ੍ਰੇਰੀ ਦੀ ਜਿਹੜੀ ਉਹ ਵਧੇਗੀ। ਇਸ ਤਰ੍ਹਾਂ ਅਸੀਂ ਇੱਕ ਛੋਟੇ ਜਿਹੇ ਪਿੰਡ ਨੂੰ ਜਿਹਦੇ ਵਿੱਚ ਕਿ ਇੱਕ ਆਜ਼ਾਦ ਇਲੈਕਸ਼ਨ ਲੜ ਕੇ ਕੋਈ ਇੰਨਾ ਸਕਸੈਸਫੁਲ ਕੰਮ ਕਰ ਰਿਹਾ, ਉਹਨਾਂ ਨੂੰ ਅਸੀਂ ਦੁਨੀਆ ਤੱਕ ਜਿਹੜਾ ਉਹ ਪਹੁੰਚਾ ਸਕਦੇ ਹਾਂ। ਇੱਕ ਆਪਾਂ ਬੋਲ ਕੇ ਪਹੁੰਚਾ ਸਕਦੇ ਹਾਂ ਤੇ ਜਾਂ ਆਪਾਂ ਲਿਖ ਕੇ ਜਿਹੜਾ ਵਾ ਉਹ ਪਹੁੰਚਾ ਸਕਦੇ ਹਾਂ। ਸੈਕਿੰਡ ਕਿ ਇਹੋ ਜਿਹੀਆਂ ਉਦਾਹਰਨਾਂ ਯੂਥ ਲਈ ਜਿਹੜੀਆਂ ਬੜੀਆਂ ਜ਼ਰੂਰੀ ਹੈ, ਕਿਉਂਕਿ ਇਹ ਪੰਜਾਬ 'ਚ ਰਹਿਣ ਵਾਲੇ ਪੰਜਾਬੀ ਨੇ। ਇਹਨਾਂ ਨੇ ਹਰ ਓਪਰਚੁਨਿਟੀ ਹੁੰਦੇ, ਆਪਣਾ ਫਾਈਨੈਂਸ਼ੀਅਲੀ ਸਟਰੋਂਗ ਹੁੰਦੇ, ਵਧੀਆ ਪੜ੍ਹੇ ਲਿਖੇ ਹੁੰਦੇ, ਐਕਸਟ੍ਰੀਮ ਗੁੱਡ ਪਰਸਨੈਲਿਟੀ ਹੁੰਦੇ, ਜਿਹੜਾ ਵਾ ਉਹ ਪੰਜਾਬ ਨੂੰ ਚੁਣਿਆ। ਉਹਨਾਂ ਨੇ ਪੰਜਾਬ ਨੂੰ ਨਹੀਂ ਚੁਣਿਆ, ਪੰਜਾਬ ਦੇ ਛੋਟੇ ਜਿਹੇ ਪਿੰਡ ਨੂੰ ਚੁਣਿਆ ਕਿ ਮੈਂ ਇੱਥੇ ਹੀ ਰਹਾਂਗੀ। ਇਹ ਲਾਈਫ ਦੇ ਬਹੁਤ ਵੱਡੇ ਡਿਸੀਜਨ ਹੁੰਦੇ। ਸੋ ਸਾਨੂੰ ਐਸੀਆਂ ਉਦਾਹਰਨਾਂ ਨੂੰ ਬਹੁਤ ਐਨਕਰੇਜ ਕਰਨ ਦੀ ਜ਼ਰੂਰਤ ਹੈ। ਸਾਨੂੰ ਬੜਾ ਅਜੀਬ ਲੱਗਦਾ ਕਿ ਜਦੋਂ ਅਸੀਂ ਦੂਸਰੀ ਸਟੇਟ ਵਿੱਚ ਜਾ ਕੇ ਦੱਸਦੇ ਹਾਂ ਕਿ ਅਸੀਂ ਪੰਜਾਬ 'ਚ ਕੀ ਕਰ ਰਹੇ ਹਾਂ, ਜਿਵੇਂ ਕਿ ਪਿੱਛੇ ਜੇ ਮੈਂ ਯੂਪੀ ਗਈ, ਯੂਪੀ ਦੇ ਸਾਰੇ ਸਰਪੰਚ ਉੱਥੇ ਮੌਜੂਦ ਸੀ, ਤੇ ਉੱਥੇ ਜਾ ਕੇ ਅਸੀਂ ਆਪਣਾ ਬਿਜ਼ਨਸ ਮਾਡਲ ਦੱਸ ਰਹੇ ਕਿ ਅਸੀਂ ਆਪਣੇ ਪਿੰਡ 'ਚ ਇਹ ਕੀਤਾ, ਅਸੀਂ ਪੰਜਾਬ ਦੇ ਪਿੰਡਾਂ ਨੂੰ ਕਿਉਂ ਨਹੀਂ ਦੱਸ ਰਹੇ। ਸੋ ਸਰਪੰਚ ਦਾ ਆਪਸ 'ਚ ਵੀ ਬੜਾ ਅੱਛਾ ਕੋਆਰਡੀਨੇਸ਼ਨ ਹੋਣਾ ਚਾਹੀਦਾ। ਤੁਸੀਂ ਇਹਨਾਂ ਨੂੰ ਆਪਣੇ ਪਿੰਡ ਵੀ ਬੁਲਾਓ ਕਿ ਇਹ ਦੱਸਣ ਕਿ ਆਪਣੇ ਪਿੰਡ ਵਿੱਚ ਕੀ ਸੋਚ ਰੱਖਦੇ ਨੇ, ਕੀ ਇਹਨਾਂ ਦਾ ਵਿਜ਼ਨ ਹੈ, ਕਿਉਂਕਿ ਇਹ ਪੁਰਾਣੀ ਤੇ ਨਵੀਂ ਪੀੜ੍ਹੀ ਨੂੰ ਬਹੁਤ ਬਖੂਬੀ ਜੋੜ ਸਕਦੇ ਨੇ, ਟੈਕਨੋਲੋਜੀ ਨੂੰ ਇੰਪਲੀਮੈਂਟ ਕਰ ਸਕਦੇ ਨੇ, ਨਵੇਂ ਆਈਡੀਆਜ਼ ਇੰਪਲੀਮੈਂਟ ਕਰ ਸਕਦੇ ਨੇ। ਸੋ ਇਹਨਾਂ ਦੇ ਵਿਚਾਰ ਜਿਹੜੇ ਸੁਣਨੇ ਬਹੁਤ ਜ਼ਰੂਰੀ ਹੈ। ਸੋ ਆਈ ਰੀਅਲੀ ਵਾਂਟ ਫਰੋਮ ਮਾਈ ਹਾਰਟ ਕਿ ਇਹ ਸਾਡੇ ਭਾਰਤ ਦਾ, ਸਾਡੇ ਇੰਡੀਆ ਦਾ ਸ਼ਾਈਨਿੰਗ ਸਟਾਰ ਹੋਵੇ, ਕਿਉਂਕਿ ਇਹਨਾਂ ਨੇ ਪੰਜਾਬ ਦੇ ਵਿੱਚ ਕੁਝ ਵੱਖਰਾ ਕਰਕੇ ਦਿਖਾਇਆ ਹੈ, ਤੇ ਇਹਨਾਂ ਨੂੰ ਫੋਲੋ ਕਰਦੇ ਹੋਏ ਸਾਡਾ ਜਿਹੜਾ ਭਾਰਤ ਹੈ 70% ਜਿਹੜਾ ਕਿ ਉਹ ਰੂਰਲ ਏਰੀਆ ਹੈ, ਜਿਹੜਾ 70% ਸਾਡੇ ਪੰਜਾਬ ਦੇ ਪਿੰਡ ਨੇ, ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਬਿਹਤਰ ਕੰਮ ਕਰ ਰਹੇ ਨੇ, ਉਹਨਾਂ ਵਿੱਚੋਂ ਇਹ ਵੀ ਇੱਕ ਰੋਲ ਮਾਡਲ ਹੋਵੇ, ਕਿਉਂਕਿ ਇੰਨੀ ਛੋਟੀ ਏਜ ਦੇ ਵਿੱਚ ਇੰਨੀ ਵੱਡੀ ਜ਼ਿੰਮੇਵਾਰੀ ਲੈਣੀ ਇਹ ਹਰ ਕੋਈ ਨਹੀਂ ਕਰਦਾ। ਇਹਦੇ ਪਿੱਛੇ ਬਹੁਤ ਸੈਕਰੀਫਾਈਸ ਹੁੰਦਾ ਹੈ। ਤੁਸੀਂ ਸੇਮ ਏਜ ਦਾ ਜਦੋਂ ਅਸੀਂ ਦੇਖਦੇ ਲੋਕਾਂ ਨੂੰ ਕਿ ਕੋਈ 22 ਸਾਲ ਦਾ, 23 ਸਾਲ ਦਾ, ਉਹਨਾਂ ਨੂੰ ਕੰਪੇਅਰ ਕਰੋ ਕਿ ਇਹ 22 ਸਾਲ 'ਚ ਕੀ ਕਰ ਰਹੇ ਨੇ ਤੇ ਉਹ 22 ਸਾਲ 'ਚ ਕੀ ਕਰ ਰਹੇ ਨੇ। ਸੋ ਇਟ ਇਜ਼ ਅ ਬਿਗ ਸੈਕਰੀਫਾਈਸ, ਜਿਹਦੇ ਲਈ ਕਿ ਸਾਨੂੰ ਜਿੰਨਾ ਅਸੀਂ ਉਹਨੂੰ ਸਤਿਕਾਰ ਦਈਏ, ਜਿੰਨਾ ਅਸੀਂ ਉਹਨੂੰ ਪ੍ਰਮੋਟ ਕਰੀਏ, ਓਨਾ ਹੀ ਸਾਡੀ ਪੀੜ੍ਹੀ ਲਈ ਬਹੁਤ ਵਧੀਆ ਹੈ, ਓਨਾ ਹੀ ਸਾਡੇ ਆਉਣ ਵਾਲੇ ਨੌਜਵਾਨਾਂ ਲਈ ਜਿਹੜਾ ਬਹੁਤ ਵਧੀਆ। ਸੋ ਅੱਜ ਦਾ ਇਹ ਸ਼ੋ ਆਈ ਹੋਪ ਕਿ ਤੁਹਾਨੂੰ ਬਹੁਤ ਅੱਛਾ ਲੱਗਾ ਹੋਵੇਗਾ। ਮੈਨੂੰ ਤੇ ਬਹੁਤ ਮਜ਼ਾ ਆਇਆ। ਥੈਂਕ ਯੂ ਸੋ ਮਚ ਫॉर ਵਾਚਿੰਗ ਮਨਦੀਪ ਕੌਰ ਟਾਂਡਾ ਸ਼ੋ।